ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਸਨਮਾਨਯੋਗ ਅੱਜ ਦੀ ਗੁਰਮਤਿ ਕਲਾਸ ਵਿੱਚ ਹਾਜ਼ਰੀ ਭਰ ਰਹੇ ਗੁਰੂ ਸਵਾਰਿਓ, ਆਪ ਸਾਰਿਆਂ ਨੂੰ ਇਸ ਗੁਰਮਤਿ ਕਲਾਸ ਵਿੱਚ ਜੀ ਆਇਆਂ। ਸਤਿਗੁਰੂ ਜੀ ਦੀ ਬਖਸ਼ਿਸ਼ ਨਾਲ ਗੁਰੂ ਨਾਨਕ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਪਾਵਨ ਰਚਨਾ ਜਪ, ਜਿਹਨੂੰ ਸਤਿਕਾਰ ਨਾਲ ਅਸੀਂ ਜਪਜੀ ਸਾਹਿਬ ਆਖਦੇ ਹਾਂ, ਇਸ ਦੀ ਵਿਚਾਰ ਆਰੰਭ ਕੀਤੀ ਹੈ। ਪਿਛਲੀਆਂ ਵਿਚਾਰਾਂ ਵਿੱਚ ਅਸੀਂ ਜਪਜੀ ਸਾਹਿਬ ਜੀ ਦਾ ਜੋ ਸੰਖੇਪ ਜਾਣਕਾਰੀ, ਮੂਲ ਮੰਤਰ ਦਾ ਸਰੂਪ, ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ, ਬਾਣੀ ਦਾ ਸਿਰਲੇਖ ਜਪ ਔਰ ਪਹਿਲਾ ਸ਼ਲੋਕ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ, ਕੁਝ ਵਿਚਾਰਾਂ ਅਸੀਂ ਆਪਸ ਵਿੱਚ ਸਾਂਝੀਆਂ ਕਰ ਚੁੱਕੇ ਹਾਂ। ਅੱਜ ਅਸੀਂ ਜਪ ਦੀ ਪਹਿਲੀ ਪੌੜੀ ਤੋਂ ਵਿਚਾਰ ਆਰੰਭ ਕਰਨੀ ਹੈ, ਜਿਸ ਦਾ ਮੂਲ ਪਾਠ ਆਪ ਜੀ ਦੇ ਸਾਹਮਣੇ ਸਕਰੀਨ ਤੇ ਸ਼ੇਅਰ ਕੀਤਾ ਗਿਆ ਹੈ। ਸਤਿਗੁਰੂ ਜੀ ਨੇ ਛੋਟੀ ਜਿਹੀ ਇਸ ਪੌੜੀ ਦੇ ਵਿੱਚ ਭੇਦ ਬੜੇ ਡੂੰਘੇ ਰੱਖੇ ਹਨ। ਜੇ ਇਉਂ ਕਹਿ ਲਈਏ ਕਿ ਮਨੁੱਖਾ ਜੀਵਨ ਦਾ ਤੱਤ ਸਾਰ ਇਹਨਾਂ ਥੋੜ੍ਹੀਆਂ ਜਿਹੀਆਂ ਸਤਰਾਂ ਵਿੱਚ ਛਿਪਿਆ ਹੋਇਆ ਹੈ। ਇਸ ਦਾ ਪਾਠ ਅਸੀਂ ਕਰਦੇ ਹਾਂ। ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨਾ ਹੋਵਈ, ਜੇ ਲਾਏ ਰਹਾ ਲਿਵਤਾਰ, ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ, ਸਹਿਸ ਸਿਆਣਪਾਂ ਲੱਖ ਹੋਏ, ਤਾਂ ਇੱਕ ਨਾ ਚੱਲੈ ਨਾਲ, ਕਿਵ ਸਚਿਆਰਾਂ ਹੋਈਐ, ਕਿਵ ਕੂੜੈ ਟੁੱਟੈ ਪਾਲ, ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ, ਕਿਵ ਸਚਿਆਰਾਂ ਹੋਈਐ, ਕਿਵ ਕੂੜੈ ਟੁੱਟੈ ਪਾਲ, ਹੁਕਮ ਰਜ਼ਾਈ ਚੱਲਣਾ,
ਨਾਨਕ ਲਿਖਿਆ ਨਾਲ। ਸਤਿਗੁਰੂ ਜੀ ਨੇ ਅੱਜ ਦੀ ਇਸ ਪਾਵਨ ਪੌੜੀ ਵਿੱਚ ਜੋ ਆਖਰੀ ਪੰਕਤੀਆਂ ਹਨ, ਉੱਥੋਂ ਇਹ ਗੱਲ ਸਮਝ ਆਉਂਦੀ ਹੈ ਕਿ ਸਤਿਗੁਰੂ ਜੀ ਇਹਨਾਂ ਪੰਕਤੀਆਂ ਰਾਹੀਂ ਮਨ ਨੂੰ ਸਚਿਆਰ ਕਰਨ ਦੀ ਗੱਲ ਕਰ ਰਹੇ ਹਨ। ਮਨ ਕਿਵੇਂ ਸਚਿਆਰ ਹੋਵੇ, ਮਨ ਕਿਵੇਂ ਪਵਿੱਤਰ ਹੋਵੇ, ਸੱਚੇ ਨਾਲ ਜੁੜਨ ਲਈ ਸਚਿਆਰ ਬਣਨਾ ਪੈਂਦਾ ਹੈ। ਜਦ ਤੱਕ ਸਚਿਆਰ ਨਹੀਂ ਬਣਿਆ ਜਾਂਦਾ, ਤਦ ਤੱਕ ਸੱਚੇ ਨਾਲ ਮਿਲਾਪ ਵੀ ਨਹੀਂ ਹੁੰਦਾ। ਔਰ ਸੰਸਾਰ ਵਿੱਚ ਪਰਮੇਸ਼ਰ ਦੀ ਭਾਲ ਲਈ ਸ਼ੁਰੂ ਤੋਂ ਯਤਨ ਹੁੰਦੇ ਆਏ ਹਨ। ਇਸੇ ਮਿਲਾਪ ਲਈ, ਇਸੇ ਭਾਲ ਦੇ ਵਿੱਚ ਹੀ ਇਹਨਾਂ ਯਤਨਾਂ ਦੇ ਵਿੱਚੋਂ ਕੋਈ ਯਤਨ ਐਸੇ ਹੋ ਗਏ ਜਿਨ੍ਹਾਂ ਦਾ ਮਿਲਾਪ ਨਾਲ ਸੰਬੰਧ ਵੀ ਨਹੀਂ ਸੀ। ਤੋਂ ਪਹਿਲੀਆਂ 4 ਪੰਕਤੀਆਂ ਦੇ ਵਿੱਚ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਉਹਨਾਂ ਦਾ ਜ਼ਿਕਰ ਕੀਤਾ ਹੈ। ਇਸ ਪੌੜੀ ਦੀ 5ਵੀਂ ਤੁਕ ਨੂੰ ਪੜ੍ਹਨ ਤੋਂ ਇਹ ਗੱਲ ਪਤਾ ਲੱਗਦੀ ਹੈ ਇਸ ਪੌੜੀ ਵਿੱਚ ਗੁਰੂ ਨਾਨਕ ਸਾਹਿਬ ਮਨ ਨੂੰ ਸਚਿਆਰ ਕਰਨ ਦਾ ਢੰਗ ਦੱਸ ਰਹੇ ਹਨ। ਸਭ ਤੋਂ ਪਹਿਲਾਂ ਆਪ ਜੀ ਨੇ ਉਹਨਾਂ ਸਾਧਨਾਂ ਦਾ ਜ਼ਿਕਰ ਕੀਤਾ ਹੈ ਜਿਹੜੇ ਸਾਧਨ ਵੱਖ-ਵੱਖ ਫਿਰਕੇ, ਵੱਖ-ਵੱਖ ਲੋਕ ਉਸ ਵੇਲੇ ਵਰਤ ਰਹੇ ਸਨ। ਜਿਵੇਂ ਤੀਰਥਾਂ ਦਾ ਇਸ਼ਨਾਨ, ਜੰਗਲਾਂ ਵਿੱਚ ਜਾਂ ਘਰ ਵਿੱਚ ਸਮਾਧੀਆਂ ਲਾ ਕੇ ਬੈਠ ਜਾਣਾ, ਵਰਤ ਆਦਿ ਰੱਖਣੇ। ਕੁਝ ਲੋਕ ਇਹ ਸਮਝਦੇ ਸਨ ਮਨ ਨੂੰ ਦੁਨੀਆ ਦੇ ਪਦਾਰਥਾਂ ਨਾਲ ਤ੍ਰਿਪਤ ਕਰ ਲਈਏ ਤੇ ਮਨ ਰੱਜ ਜਾਏਗਾ। ਜੰਗਲਾਂ ਵਿੱਚ ਜਾ ਕੇ ਸਮਾਧੀਆਂ ਲਾਉਣੀਆਂ, ਮਾਇਆ ਨਾਲ ਮਨ ਨੂੰ ਰਜਾ ਲੈਣਾ। ਇਹ ਸ਼ਾਸਤਰਾਂ ਦੀ ਫਿਲਾਸਫੀ ਆਮ ਪ੍ਰਚਲਿਤ ਸੀ। ਫਿਰ ਸਤਿਗੁਰੂ ਜੀ ਕਹਿੰਦੇ ਕੁਝ ਐਸੇ ਵੀ ਹਨ ਜਿਹੜੇ ਕਹਿੰਦੇ ਨੇ ਬਹੁਤ ਸਿਆਣੇ ਬਣ ਜਾਈਏ, ਬਹੁਤ ਗਿਆਨਵਾਨ ਹੋ ਜਾਈਏ, ਬੜੀਆਂ ਚਲਾਕੀਆਂ ਤੇ ਚਤਰਾਈਆਂ ਆ ਜਾਣ, ਲੋਕਾਂ ਨੂੰ ਧੋਖਾ ਦੇ ਸਕਦੇ ਹੋਈਏ, ਸੰਸਾਰ ਵਿੱਚ ਸਾਨੂੰ ਸਾਰੇ ਬਹਿਣ ਬੜਾ ਹੁਸ਼ਿਆਰ ਹੈ, ਬੜਾ ਚਲਾਕ ਹੈ। ਇਹ ਸਾਰੇ ਕਰਮ ਕੀਤੇ ਜਾਣ, ਪਰ ਗੁਰੂ ਪਾਤਸ਼ਾਹ ਜੀ ਕਹਿੰਦੇ ਇਹਨਾਂ ਕਰਮਾਂ ਨਾਲ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ, ਰੱਬ ਨਾਲ ਮਿਲਾਪ ਨਹੀਂ ਹੁੰਦਾ। ਕਿਉਂਕਿ ਰੱਬ ਨਾਲ ਮਿਲਾਪ ਜੀਵਨ ਦਾ ਨਿਸ਼ਾਨਾ ਹੈ, ਮਕਸਦ ਹੈ। ਇਨਸਾਨੀ ਜ਼ਿੰਦਗੀ ਦਾ ਮੁੱਖ ਮੁੱਦਾ ਹੀ ਰੱਬ ਨਾਲ ਮਿਲਾਪ ਹੈ। ਪਰਮੇਸ਼ਰ ਦੇ ਮਿਲਾਪ ਲਈ ਇਹ ਯਤਨ ਨਾਕਾਮ ਹੋਏ, ਇਹਨਾਂ ਵਿੱਚੋਂ ਮਿਲਾਪ ਨਾ ਹੋਇਆ। ਪਰ ਇਹਨਾਂ 4 ਤੁਕਾਂ ਨੂੰ ਸਮਝਣ ਦੇ ਲਈ 5ਵੀਂ ਤੁਕ ਵੱਲ ਖਾਸ ਧਿਆਨ ਦੀ ਲੋੜ ਹੈ। ਉਹ ਹੈ ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ। ਇਸ ਤੁਕ ਨੂੰ ਪੜ੍ਹਨ ਦੇ ਨਾਲ ਹੀ ਸਪਸ਼ਟ ਹੋ ਜਾਂਦਾ ਹੈ ਕਿ ਪਹਿਲੀਆਂ ਪੰਕਤੀਆਂ ਵਿੱਚ ਵੀ ਗੁਰੂ ਸਾਹਿਬ ਜੀ ਨੇ ਮਨ ਦਾ ਜ਼ਿਕਰ ਹੀ ਕੀਤਾ ਹੈ, ਮਨ ਦਾ ਜ਼ਿਕਰ ਕੀਤਾ ਹੈ। ਤੋ ਇਸ ਪਹਿਲੀ ਤੁਕ ਵਿੱਚ ਗੁਰੂ ਸਾਹਿਬ ਜੀ ਨੇ ਮਨ ਦੀ ਪਵਿੱਤਰਤਾ ਦੀ ਗੱਲ ਕੀਤੀ ਹੈ, ਮਨ ਦੀ ਸੁਚਤਾ ਦੀ ਗੱਲ ਕੀਤੀ ਹੈ। ਦੂਜੀ ਤੁਕ ਵਿੱਚ ਮਨ ਦੀ ਚੁੱਪ ਰਹਿਣ ਦੀ ਗੱਲ ਕੀਤੀ ਹੈ। ਤੀਜੀ ਵਿੱਚ ਮਨ ਦੀ ਭੁੱਖ ਦੀ ਗੱਲ ਕੀਤੀ ਹੈ ਤੇ ਚੌਥੀ ਵਿੱਚ ਮਨ ਦੀ ਸਿਆਣਪ ਦੀ ਗੱਲ ਕੀਤੀ ਹੈ। ਇਹ ਜ਼ਿਕਰ ਜਿਹੜਾ ਹੈ ਕੀਤਾ ਹੈ। ਤੋ ਇਹ ਐਸਾ ਜ਼ਿਕਰ ਹੈ
ਜਿਹਦੇ ਵਿੱਚੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ। ਹੁਣ ਜੇ ਅਸੀਂ ਸ਼ਬਦ ਦੇ ਲਫ਼ਜ਼ੀ ਅਰਥ ਕਰਦੇ ਹਾਂ ਤਾਂ ਸੋਚਿਆ ਲਫ਼ਜ਼ ਦੇ ਅਰਥ ਹਨ ਸੋਚ ਰੱਖਣ ਦੇ ਨਾਲ, ਪਵਿੱਤਰਤਾ ਕਾਇਮ ਰੱਖਣ ਦੇ ਨਾਲ, ਇਸ਼ਨਾਨ ਕਰਨ ਦੇ ਨਾਲ, ਨਹਾਉਣ ਦੇ ਨਾਲ। ਆਮ ਤੌਰ ਤੇ ਬਹੁਤ ਸਾਰੇ ਟੀਕਾਕਾਰ ਇਸ ਸੋਚ ਦੇ ਅਰਥ ਸੋਚ ਲਫ਼ਜ਼ ਦੇ ਅਰਥ ਸੋਚਣ ਨਾਲ ਕਰਦੇ ਹਨ, ਪਰ ਇਸ ਸੋਚ ਦਾ ਜ਼ਿਕਰ ਚੌਥੀ ਪੰਕਤੀ ਵਿੱਚ ਆ ਗਿਆ ਹੈ। ਇਸ ਵਾਸਤੇ ਦੋ ਵਾਰੀ ਇੱਕ ਚੀਜ਼ ਦਾ ਜ਼ਿਕਰ ਨਹੀਂ ਆ ਸਕਦਾ, ਤੇ ਗੁਰਬਾਣੀ ਦੇ ਮੁਤਾਬਕ, ਨਿਯਮਾਂ ਮੁਤਾਬਕ ਵੀ ਇਸ ਨੂੰ ਥੋੜੀ ਜਿਹੀ ਸਮਝਣ ਦੀ ਲੋੜ ਹੈ। ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਜੋ ਇੱਥੇ ਜ਼ਿਕਰ ਕੀਤਾ ਉਹ ਮਨ ਦੀ ਸੋਚ ਦਾ ਜ਼ਿਕਰ ਕੀਤਾ ਹੈ, ਭਾਵ ਪਵਿੱਤਰਤਾ ਦਾ ਜ਼ਿਕਰ ਕੀਤਾ ਹੈ। ਮਨ ਦੀ ਪਵਿੱਤਰਤਾ ਦਾ ਜ਼ਿਕਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸ ਪੰਕਤੀ ਵਿੱਚ ਜਿਹੜੀ ਗੱਲ ਕੀਤੀ ਹੈ। ਤਾਂ ਹੁਣ ਇਹ ਲਫ਼ਜ਼ ਇਹ ਸੀ ਵੀ ਸੋਚ ਦੇ ਅਰਥ ਜਿਹੜੇ ਹਨ ਇਹ ਸੋਚੀ ਕਿਉਂ ਕੀਤੇ ਗਏ। ਗੁਰੂ ਪਾਤਸ਼ਾਹ ਜੀ ਨੇ ਸਪਸ਼ਟ ਗੱਲ ਦੱਸੀ ਹੈ ਕਿ ਮਨ ਦੀਆਂ ਚਲਾਕੀਆਂ, ਸਿਆਣਪਾਂ ਦਾ ਜ਼ਿਕਰ ਤਾਂ ਚੌਥੀ ਪੰਕਤੀ 'ਚ ਕਰ ਦਿੱਤਾ। ਇਸ ਵਾਸਤੇ ਜੇ ਅਸੀਂ ਗੁਰਬਾਣੀ ਦੀਆਂ ਪੰਕਤੀਆਂ ਨੂੰ ਪੜ੍ਹਦੇ ਹਾਂ ਤਾਂ ਸਾਨੂੰ ਇਹ ਗੱਲ ਸਪਸ਼ਟ ਹੋ ਜਾਂਦੀ ਹੈ। ਗੁਰਬਾਣੀ 'ਚ ਅਨੇਕਾਂ ਪ੍ਰਮਾਣ ਸਾਨੂੰ ਮਿਲਦੇ ਨੇ ਜਿੱਥੇ ਸੋਚ ਦੇ ਜਾਂ ਸੋਚ ਦੇ ਅਰਥ ਜਿਹੜੇ ਹਨ ਉਹ ਇਸ਼ਨਾਨ ਦੇ ਨਾਲ ਕੀਤੇ ਗਏ ਹਨ। ਆਸਾ ਕੀ ਵਾਰ ਦੇ ਵਿੱਚ ਆਉਂਦਾ ਹੈ, ਕਹੋ ਨਾਨਕ ਸੱਚ ਧਿਆਈਐ, ਸੁਚ ਹੋਵੇ ਤਾਂ ਸੱਚ ਪਾਈਐ। ਸੁਚ ਹੋਵੇ ਤਾਂ, ਵਿਸਰਾਮ ਜਿਹੜਾ ਹੈ ਤਾਂ ਤੋਂ ਬਾਅਦ ਹੈ। ਆਮ ਤੌਰ ਤੇ ਅਸੀਂ ਪੜ੍ਹਦੇ ਹਾਂ ਸੁਚ ਹੋਵੇ ਤਾਂ ਸੱਚ ਪਾਈਏ, ਨਹੀਂ, ਜੇ ਸੱਚਾ ਮਿਲ ਜਾਏ, ਹਿਰਦੇ 'ਚ ਵਸ ਜਾਏ ਤਾਂ ਹੀ ਪਵਿੱਤਰਤਾ ਹੈ, ਤਾਂ ਹੀ ਪਵਿੱਤਰ ਮੰਨਿਆ ਜਾ ਸਕਦਾ ਹੈ। ਸੁਚ ਹੋਵੇ ਤਾਂ ਸੱਚ ਪਾਈਏ, ਜੇ ਸੱਚ ਨਾਲ ਮਿਲ ਜਾਈਏ, ਸੱਚ ਨਾਲ ਮਿਲਾਪ ਹੋ ਜਾਏ। ਤਾਂ ਉੱਥੇ ਗੁਰੂ ਪਾਤਸ਼ਾਹ ਜੀ ਨੇ ਪਹਿਲਾਂ ਜਿਹੜੀ ਪੰਕਤੀ ਲਿਖੀ ਨਾ, ਕਹੋ ਨਾਨਕ ਸੱਚ ਧਿਆਈਐ, ਪਰ ਇਹ ਸੱਚ ਧਿਆਉਣਾ ਹੀ ਸੁੱਚ ਤੱਕ ਪਹੁੰਚਣ ਦਾ ਇੱਕ ਰਸਤਾ ਹੈ, ਸ਼ੁੱਧਤਾ ਤੱਕ ਪਹੁੰਚਣ ਦਾ ਇੱਕ ਢੰਗ ਹੈ। ਤੇ ਜਦੋਂ ਸ਼ੁੱਧਤਾ ਤੱਕ, ਉਸ ਮਾਲਕ ਤੱਕ, ਸ਼ੁੱਧ ਸਰੂਪ ਤੱਕ ਪਹੁੰਚ ਜਾਵਾਂਗੇ ਤਾਂ ਮਨ ਦੇ ਕਹਿੰਦੇ ਨੇ ਤਾਂ ਮੰਨੋ ਵੀ ਮਨ ਸ਼ੁੱਧ ਹੋ ਗਿਆ, ਸਾਫ਼ ਹੋ ਗਿਆ, ਪਵਿੱਤਰ ਹੋ ਗਿਆ। ਫਿਰ ਸੁਖਮਨੀ ਸਾਹਿਬ ਦੀ ਬਾਣੀ 'ਚ ਅਸੀਂ ਪੜ੍ਹਦੇ ਹਾਂ, ਸੋਚ ਕਰੇ ਦਿਨਸ ਅਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ। ਇੱਥੇ ਵੀ ਸੋਚ ਦਾ ਲਫ਼ਜ਼ ਵਰਤਿਆ ਗਿਆ। ਦਿਨ ਰਾਤ ਬੰਦਾ ਨਹਾਉਂਦਾ ਰਹੇ, ਇਸ਼ਨਾਨ ਕਰਦਾ ਰਹੇ, ਪਰ ਕੀ ਤਨ ਦੇ ਸਾਫ਼ ਕਰਨ ਨਾਲ ਮਨ ਦੀ ਮੈਲ ਉਤਰ ਜਾਏਗੀ? ਕਹਿੰਦੇ ਨਹੀਂ ਜਾ ਸਕਦੀ। ਤੇ ਫਿਰ ਪਾਤਸ਼ਾਹ ਜੀ ਦਾ ਇੱਕ ਬਚਨ ਆਉਂਦਾ ਮਾਰੂ ਰਾਗ ਦਾ ਵਿੱਚ, ਉਹਦੇ 'ਚ ਕਹਿੰਦੇ ਨੇ ਗੁਰੂ ਨਾਨਕ ਪਾਤਸ਼ਾਹ, ਨਾ ਸੁਚ ਸੰਜਮ ਤੁਲਸੀ ਮਾਲਾ, ਵੀ ਜਿਹੜੀ ਪਵਿੱਤਰਤਾ ਹੈ ਉਹ ਹੱਥ 'ਚ ਮਾਲਾ ਫੜਨ ਨਾਲ ਨਹੀਂ ਮਿਲਦੀ, ਜਾਂ ਗਲੇ 'ਚ ਮਾਲਾ ਪਾ ਲਟਕਾਉਣ ਨਾਲ ਨਹੀਂ ਮਿਲਦੀ। ਗੋਪੀ ਕਾ ਨਾ ਗਊ ਗੋਆਲਾ, ਤੰਤ ਮੰਤ ਪਖੰਡ ਨਾ ਕੋਈ, ਨਾ ਕੋ ਬਸ ਵਜਾਇੰਦਾ। ਉੱਥੇ ਵੀ ਸੋਚ ਲਫ਼ਜ਼ ਆਇਆ। ਤਾਂ ਸੋਚ ਦਾ ਅਰਥ ਜਿਹੜਾ ਹੈ ਉਹ ਹੈ ਇਸ਼ਨਾਨ, ਅਤੇ ਸੋਚ ਜੋ ਸਿਹਾਰੀ ਨਾਲ, ਉਹਦਾ ਅਰਥ ਹੈ ਪਵਿੱਤਰਤਾ। ਇਹਨਾਂ ਦੋ ਸ਼ਬਦਾਂ ਤੋਂ ਹੀ ਮਿਲ ਕੇ ਸ਼ਬਦ ਬਣਿਆ ਸੋਚ, ਜਿਸ ਦਾ ਅਰਥ ਹੈ ਸੁੱਚ, ਪਵਿੱਤਰਤਾ, ਇਸ਼ਨਾਨ। ਵੈਸੇ ਸ਼ਬਦ ਸੋਚ ਇਸਤਰੀ ਲਿੰਗ ਹੈ, ਸੰਸਕ੍ਰਿਤ ਵਿੱਚ ਹੀ ਇਸੇ ਰੂਪ ਦੇ ਵਿੱਚ ਹੀ ਮਿਲਦਾ ਹੈ। ਜਿਵੇਂ ਮਨ ਤੋਂ ਮਨ ਨੂੰ ਸਿਹਾਰੀ ਨਾਲ ਕਰ ਦਈਏ, ਉਸੇ ਤਰ੍ਹਾਂ ਹੀ ਇਹ ਸ਼ਬਦ ਦਾ ਸਰੂਪ ਜਿਹੜਾ ਬਣ ਗਿਆ ਹੈ। ਤਾਂ ਇਸ ਦਾ ਅਰਥ ਹੈ ਮਨ ਵਿੱਚ। ਇਹ ਅਸੀਂ ਇਹ ਗੱਲ ਸਪਸ਼ਟ ਕਰ ਸਕਦੇ ਹਾਂ ਵੀ ਬਹੁਤ ਸਾਰੇ ਟੀਕਾਕਾਰਾਂ ਨੇ, ਮੈਂ ਫਿਰ ਬੇਨਤੀ ਕਰਦੇ ਹਾਂ, ਇਸ ਸੋਚ ਲਫ਼ਜ਼ ਦੇ ਅਰਥ ਜਿਹੜੇ ਹਨ, ਜਾਂ ਸੋਚ ਲਫ਼ਜ਼ ਦੇ ਅਰਥ ਜਿਹੜੇ ਹਨ, ਉਹ ਮਨ ਦੀਆਂ ਸੋਚਾਂ ਨਾਲ ਕੀਤੇ ਹਨ। ਮੈਨੂੰ ਯਾਦ ਹੈ ਅਸੀਂ ਵੀ ਜਦੋਂ ਛੋਟੇ ਹੁੰਦੇ ਸੀ ਗੁਰਦੁਆਰਾ ਸਾਹਿਬ ਜਾਂਦੇ ਸੀ, ਤੇ ਸਾਡੇ ਪਿੰਡ 'ਚ ਅਸੀਂ ਰਹਿੰਦੇ ਸੀ, ਗੁਰਦੁਆਰੇ ਦੇ ਗ੍ਰੰਥੀ ਸਾਹਿਬ ਇੱਕ ਜਿਹਨੂੰ ਇਹ ਕਹਿੰਦੇ ਹਨ ਕੱਚੀ ਧੁਨਾ ਲਾਉਂਦੇ ਸਨ,
सोचा ना कर तू तेरी सोच करे करतार, सोचा ना कर तू। फिर अगे नाले गुरबाणी की पंक्ति ला देनी, सोचा है सोच न हो गई जे सोची लख वार। तो ਇਹਦਾ मतलब ਇਹ ਸੀ ਵੀ ਉਸ ਵੇਲੇ ਸ਼ਬਦਾਂ ਦੇ ਅਰਥਾਂ ਦੀ ਸਮਝ ਨਹੀਂ ਸੀ, ਗਿਆਨ ਨਹੀਂ ਸੀ। ਸੋਚ ਦੇ ਅਰਥ ਕੇਵਲ ਮਨ ਦੀ ਸੋਚ ਨਾਲ ਹੀ ਕੀਤੇ ਜਾਣ ਲੱਗ ਪਏ, ਸੋਚਣ ਨਾਲ ਹੀ, ਜੋ ਦਿਮਾਗ ਵਿੱਚ ਅਸੀਂ ਸੋਚਾਂ ਸੋਚਦੇ ਹਾਂ। ਈਵਨ ਬਹੁਤ ਸਾਰੇ ਟੀਕੇਕਾਰ ਹੈ ਜਿਨ੍ਹਾਂ ਨੂੰ ਮੈਂ ਬਾਰ-ਬਾਰ ਬੇਨਤੀ ਕਰ ਰਿਹਾ, ਈਵਨ ਪ੍ਰੋਫੈਸਰ ਹਰਬੰਸ ਸਿੰਘ ਜੀ ਨੇ ਵੀ ਸੋਚ ਸ਼ਬਦ ਦੇ ਅਰਥ ਸੋਚਣ ਨਾਲ ਹੀ ਕੀਤੇ ਹਨ। ਪਰ ਗੁਰਬਾਣੀ ਦੇ ਨਿਯਮਾਂ ਮੁਤਾਬਕ ਜੋ ਅਰਥ ਗੁਰੂ ਗ੍ਰੰਥ ਸਾਹਿਬ ਦਰਪਣ ਵਿੱਚ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਕੀਤੇ ਹਨ, ਉਹੀ ਹੀ ਅਰਥ ਸਭ ਤੋਂ ਮਿਲਵੇਂ ਤੇ ਢੁਕਵੇਂ ਹਨ, ਕਿਉਂਕਿ ਚਾਰ ਹੀ ਚੀਜ਼ਾਂ ਦਾ ਜ਼ਿਕਰ ਜਿਹੜਾ ਕੀਤਾ ਹੈ ਉਹ ਮਨ ਦੇ ਨਾਲ ਰਿਲੇਟਡ ਹੈ। ਤੇ ਗੁਰੂ ਪਾਤਸ਼ਾਹ ਜੀ ਇੱਥੇ ਸਾਨੂੰ ਦੱਸਦੇ ਨੇ ਵੀ ਇਹ ਜਿਹੜਾ ਸ਼ਬਦ ਹੈ ਇਹਦਾ ਅਰਥ ਹੈ ਮਨ ਦੀ ਪਵਿੱਤਰਤਾ। ਤੋ ਜੇ ਗੁਰੂ ਸਾਹਿਬ ਜੀ ਇੱਥੇ ਸਾਨੂੰ ਹੁਣ ਕਹਿੰਦੇ ਕੀ ਨੇ ਵੀ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ। ਵੀ ਜੇ ਮੈਂ ਲੱਖ ਵਾਰੀ ਵੀ ਇਸ਼ਨਾਨ ਕਰ ਲਵਾਂ, ਸਰੀਰ ਦੀ ਸੁੱਚ ਬਣਾ ਲਵਾਂ, ਤਾਂ ਵੀ ਇਹ ਬਾਹਰੀ ਸੋਚ ਰੱਖਣ ਨਾਲ ਮਨ ਦੀ ਸੋਚ ਨਹੀਂ ਹੋ ਸਕਦੀ। ਬਾਹਰ ਦੀ ਸੋਚ ਰੱਖਣ ਨਾਲ, ਸਰੀਰ ਦੀ ਸੋਚ ਰੱਖਣ ਨਾਲ ਮਨ ਦੀ ਸੋਚ ਨਹੀਂ ਹੁੰਦੀ। ਇਸ ਗੱਲ ਦੀ ਸਪਸ਼ਟਤਾ ਇਸ ਜਪ ਦੀ ਬਾਣੀ ਦੀ ਵੀ ਪੌੜੀ ਵਿੱਚ ਵੀ ਗੁਰੂ ਸਾਹਿਬ ਜੀ ਨੇ ਕੀਤੀ, ਜਿੱਥੇ ਭਰੀਐ ਹੱਥ ਪੈਰ ਤਨ ਦੇ, ਪਾਣੀ ਧੋਤੈ ਉਤਰਸ ਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਏ ਉਹ ਧੋਏ, ਭਰੀਐ ਮਤ ਪਾਪਾਂ ਕੇ ਸੰਗ ਉਹ ਧੂਪੈ ਨਾਵੇਂ ਕੇ ਰੰਗ। ਇਹ ਗੱਲ ਦੀ ਸਪਸ਼ਟਤਾ ਉੱਥੋਂ ਵੀ ਸਾਨੂੰ ਮਿਲ ਜਾਂਦੀ ਹੈ ਵੀ ਇਹਦੇ ਅਰਥ ਬੋਧ ਕੀ ਹੋਣਗੇ। ਇਨਸਾਨ ਨੇ ਰੱਬ ਨੂੰ ਮਿਲਣ ਦੇ ਲਈ, ਇਹ ਕਹਿ ਲਈਏ, ਮੈਂ ਜਦੋਂ ਪਿਛਲੀ ਕਲਾਸ ਵਿੱਚ ਕੋਈ ਉਦਾਹਰਨ ਦਿੱਤੀ ਸੀ ਵੀ ਬੱਚਾ ਤੁਰਨਾ ਸਿੱਖਦਾ ਹੈ ਤੇ ਤੁਰਦਾ ਸੁਖਦਾ ਉਹਨੂੰ ਪਹਿਲਾਂ ਸਹਾਰਾ ਚਾਹੀਦਾ ਹੈ, ਗੱਡਾ ਜਿਹਾ ਬਣਾ ਕੇ, ਖਿਡੌਣੇ ਬਣਾ ਕੇ ਉਹਨੂੰ ਸਪੋਰਟ ਦਿੱਤੀ ਜਾਂਦੀ, ਇੱਕ ਸਹਾਰਾ ਦਿੱਤਾ ਜਾਂਦਾ ਹੈ, ਉਹ ਤੁਰਨਾ ਸਿੱਖ ਲੈਂਦਾ ਹੈ। ਹੁਣ ਜੇ ਉਸ ਸਾਰੀ ਜ਼ਿੰਦਗੀ ਜਾਂ ਇਹ ਕਹਿ ਲਓ 8-7 ਸਾਲ ਦਾ ਹੋ ਜਾਏ, ਤੁਰਨਾ ਆ ਵੀ ਜਾਏ, ਫਿਰ ਉਹ ਕਹੇ ਮੈਨੂੰ ਤਾਂ ਸਹਾਰਾ ਹੀ ਚਾਹੀਦਾ ਹੈ, ਤਾਂ ਫਿਰ ਇਹਦਾ ਮਤਲਬ ਉਹਦੇ 'ਚ ਕੋਈ ਕਮਜ਼ੋਰੀ ਹੈ, ਉਹਦੇ ਲੈਗਸ ਵਿੱਚ, ਉਹਦੀਆਂ ਲੱਤਾਂ ਵਿੱਚ ਵੀਕਨੈਸ ਹੈ, ਕਮਜ਼ੋਰੀ ਹੈ ਕੋਈ, ਕਿਉਂਕਿ ਉਹਨੂੰ ਸਹਾਰੇ ਦੀ ਲੋੜ ਪੈਂਦੀ ਹੈ। ਤਾਂ ਹੁਣ ਇਹ ਲੱਕੜ ਦਾ ਸੂਟਾ ਲੈ ਕੇ ਤੁਰਨ ਵਾਲੇ ਧਰਮ ਦੀ ਦੁਨੀਆ ਵਿੱਚ ਵੀ ਸਹਾਰਾ ਲੈਣ ਲੱਗ ਪਏ ਵੀ ਜੇ ਮੈਂ ਸੋਚ ਕਰ ਲਵਾਂ, ਮਨ ਦਾ ਬਾਹਰ ਇਸ਼ਨਾਨ ਕਰ ਲਵਾਂ, ਸ਼ਾਇਦ ਇਸੇ ਨਾਲ ਗੱਡੀ ਜਿਹੜੀ ਮੇਰੀ ਚੱਲ ਜਾਏਗੀ, ਕਿਉਂਕਿ ਕੰਮ ਚੱਲਦੇ ਸਨ, ਇਹ ਕੰਮ ਚੱਲਦੇ ਸਨ। ਜੇ ਮੈਂ ਕਹਿੰਦੇ ਬਾਹਰੀ ਸੋਚ ਕਰ ਲਵਾਂ, ਸਰੀਰ ਨੂੰ ਧੋ ਲਵਾਂ, ਪਵਿੱਤਰ ਕਰ ਲਵਾਂ, ਤੀਰਥਾਂ ਤੇ ਜਾ ਕੇ ਇਸ਼ਨਾਨ ਕਰ ਲਵਾਂ, ਤਾਂ ਕੀ ਫਿਰ ਮੈਂ ਜਪ ਤੱਕ ਪਹੁੰਚ ਜਾਵਾਂਗਾ? ਉਸ ਜਪ ਤੱਕ, ਉਸ ਕਰਤਾਰ ਤੱਕ, ਉਸ ਵਾਹਿਗੁਰੂ ਦੇ ਨਾਮ ਤੱਕ ਮੇਰੀ ਪਹੁੰਚ ਹੋ ਜਾਏਗੀ? ਉਹਨਾਂ ਦਾ ਭੁਲੇਖਾ ਸੀ। ਪਰ ਗੁਰੂ ਨੇ ਸਮਝਾ ਦਿੱਤਾ ਇਹ ਗੱਲ, ਕਿਹੜਾ ਸੁੱਚੇ ਇਹ ਨਾ ਆਖੀਆਂ ਬਹਿਣ ਜ ਪਿੰਡਾ ਧੋਏ, ਸੁੱਚੇ ਸਈ ਨਾਨਕਾ ਜਿਨ ਮਨ ਵਸਿਆ ਸੋਏ। ਹੁਣ ਗੁਰੂ ਉੱਥੇ ਸਮਝਾਉਂਦਾ, ਗੁਰੂ ਨੇ ਗੱਲ ਸਮਝਾ ਦਿੱਤੀ ਵੀ ਸੁੱਚ ਕੀ ਚੀਜ਼ ਹੈ, ਪਵਿੱਤਰਤਾ ਕੀ ਚੀਜ਼ ਹੈ। ਕਿਹੜੀ ਸੁੱਚ ਦੀ ਗੱਲ ਕੀਤੀ ਹੈ ਗੁਰੂ ਪਾਤਸ਼ਾਹ ਜੀ ਨੇ, ਕਿਹੜੀ ਸੁੱਚ ਦੀ ਗੱਲ ਗੁਰੂ ਸਾਹਿਬ ਸਾਨੂੰ ਦਰਸਾ ਰਹੇ ਨੇ? ਕਹਿੰਦੇ ਸੂਚੇ ਇਹ ਨਾ ਆਖੀਆਂ ਬਹਿਣ ਜੇ ਪਿੰਡਾ ਧੋਏ, ਸੁੱਚੇ ਸਈ ਨਾਨਕਾ ਜਿਨ ਮਨ ਵਸਿਆ ਸੋਏ। ਆਸਾ ਕੀ ਵਾਰ ਦੇ ਬਚਨ ਨੇ। ਅੰਦਰ ਤਾਂ ਝੂਠ ਹੈ, ਬਾਹਰੋਂ ਇਹਨੂੰ ਨਹਾ ਲਿਆ, ਕੀ ਇਸ ਤਰ੍ਹਾਂ ਮਨ ਪਵਿੱਤਰ ਹੋ ਜਾਏਗਾ? ਤਾਂ ਗੁਰੂ ਨਾਨਕ ਪਾਤਸ਼ਾਹ ਨੇ ਆ ਕੇ ਇਸ ਕਰਮ ਤੋਂ, ਇਸ ਤੀਰਥ ਇਸ਼ਨਾਨਾਂ, ਬਾਹਰੀ ਇਸ਼ਨਾਨਾਂ ਨੂੰ ਕੇਵਲ ਦਿਖਾਵੇ ਮਾਤਰ, ਮਾਫ ਕਰਨਾ, ਗੁਰੂ ਸਾਹਿਬ ਜੀ ਨੇ ਇਸ਼ਨਾਨ ਕਰਨ ਦੀ ਪਾਬੰਦੀ ਨਹੀਂ ਲਾਈ, ਸਰੀਰ ਦੀ ਸਫਾਈ ਤੇ ਪਾਬੰਦੀ ਨਹੀਂ ਲਾਈ, ਪਰ ਗੁਰੂ ਸਾਹਿਬ ਜੀ ਉਸ ਇਸ਼ਨਾਨ ਦੀ ਗੱਲ ਕਰਦੇ ਨੇ ਜਿਹੜਾ ਲੋਕਾਂ ਨੂੰ ਦਿਖਾ ਕੇ ਕਰਮ ਕਾਂਡ ਕੀਤਾ ਜਾਂਦਾ ਸੀ। ਕਰਮ ਕਾਂਡ ਦੇ ਰੂਪ ਵਿੱਚ ਜਿਹਨੂੰ ਵਰਤਿਆ, ਜਿਹਨੂੰ ਮਨ ਦੀ
ਪਵਿੱਤਰਤਾ ਦੇ ਲਈ ਇਸ ਬਾਹਰੀ ਇਸ਼ਨਾਨ ਨੂੰ ਮਹਾਨਤਾ ਦਿੱਤੀ ਜਾਂਦੀ ਸੀ। ਗੁਰੂ ਸਾਹਿਬ ਉਹਦਾ ਜ਼ਿਕਰ ਕਰਦੇ ਨੇ, ਉਹਦੇ ਬਚਨ ਕਰਦੇ ਨੇ। ਜਪ ਤੱਕ, ਉਸ ਨਿਰੰਕਾਰ ਤੱਕ ਪਹੁੰਚਣ ਦੇ ਲਈ ਇਹ ਕਰਮ ਸਾਬਤ, ਠੀਕ ਸਾਬਤ ਨਹੀਂ ਹੋਇਆ, ਕਿਉਂਕਿ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਇਹ ਗੱਲ ਦੱਸੀ ਹੈ, ਜਲ ਕੇ ਮਜਨ ਜੇ ਗਤ ਹੋਵੇ, ਨਿਤ ਨਿਤ ਮੇਂਢਕ ਨਹਾਵੇ, ਜੈਸੇ ਮੇਂਢਕ ਤੈਸੇ ਓਏ ਨਰ, ਫਿਰ ਜੋਨੀ ਆਵੇ। ਇਹ ਕਬੀਰ ਜੀ ਦਾ ਬਚਨ ਹੈ, ਭਗਤ ਜੀ ਦਾ। ਵੀ ਜੇ ਕੇਵਲ ਨਹਾਉਣ ਨਾਲ ਹੀ ਗੱਲ ਬਣ ਜਾਣੀ ਹੁੰਦੀ, ਜੇ ਕੇਵਲ ਨਹਾਉਣ ਨਾਲ ਹੀ ਗੱਲ ਬਣ ਜਾਣੀ ਹੁੰਦੇ ਭਲਿਓ, ਫਿਰ ਤਾਂ ਡੱਡੂ ਨਾ ਰੱਬ ਕਦੋਂ ਦਾ ਮਿਲ ਜਾਂਦਾ। ਡੱਡੂ ਤਾਂ ਰਹਿੰਦਾ ਹੀ ਪਾਣੀ ਵਿੱਚ ਹੈ। ਜਲ ਕੇ ਮਜਨ, ਜੇ ਜਲ ਦੇ ਪਾਣੀ ਦੇ ਨਾਲ ਨਹਾਉਣ ਦੇ ਨਾਲ ਹੀ ਸਾਡੀ ਤ੍ਰਿਸ਼ਟ ਗਤ ਹੋ ਜਾਣੀ ਹੁੰਦੀ, ਤਾਂ ਮੇਂਢਕ ਨਿਤ ਨਿਤ ਨਹਾਉਂਦਾ ਹੈ, ਪਰ ਉਹ ਤਾਂ ਅੰਦਰੋਂ ਪਵਿੱਤਰ ਨਹੀਂ ਹੁੰਦਾ, ਉਹ ਤਾਂ ਰਹਿੰਦਾ ਹੀ ਪਾਣੀ ਵਿੱਚ ਹੈ। ਤੇ ਗੁਰੂ ਸਾਹਿਬ ਫਿਰ ਕਹਿੰਦੇ, ਜੈਸੇ ਮੇਂਢਕ ਤੈਸੇ ਓਏ ਨਰ, ਫਿਰ ਜੋਨੀ ਆਵੇ। ਭਗਤ ਜੀ ਕਹਿੰਦੇ ਨੇ, ਭਗਤ ਕਬੀਰ ਜੀ, ਭਗਤ ਜੀ ਦਾ ਬਚਨ ਆਸਾ ਰਾਗ ਦਾ ਬਚਨ ਹੈ, 487 ਅੰਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਦਰਜ ਹੈ ਵੀ ਉਹ ਤਾਂ ਉਸ ਡੱਡੂ ਵਰਗੇ ਹੀ ਹੋਏ, ਉਸ ਡੱਡੂ ਤੋਂ ਇਲਾਵਾ ਕੁਝ ਵੀ ਨਾ ਹੋਏ। ਤਾਂ ਗੁਰੂ ਸਾਹਿਬ ਜੀ ਨੇ ਗੁਰਬਾਣੀ ਵਿੱਚ ਬਹੁਤ ਸਾਰੇ ਪ੍ਰਮਾਣ ਦੇ ਕੇ ਇਹ ਗੱਲ ਸਪਸ਼ਟ ਕਰ ਦਿੱਤੀ ਕਿ ਬਾਹਰੀ ਸੋਚ ਨਾਲ ਅੰਦਰ ਦੀ ਸੋਚ ਨਹੀਂ ਹੁੰਦੀ। ਪਰ ਅੱਜ ਅਸੀਂ ਵੇਖਦੇ ਹਾਂ, ਸਾਡੇ ਸਿੱਖ ਜਗਤ ਅੰਦਰ ਵੀ ਬੜੇ ਭੁਲੇਖੇ ਪਾਏ ਜਾਂਦੇ ਆ। ਐਸੇ ਲੋਕ ਵੀ ਸਾਨੂੰ ਮਿਲਦੇ ਆ ਜਿਹੜੇ ਇਸ ਬਾਹਰੀ ਸੋਚ ਤੇ ਬੜਾ ਡੂੰਘਾ ਜਿਹਾ ਵਿਸ਼ਵਾਸ ਰੱਖੀ ਬੈਠੇ ਨੇ। ਕਿਸੇ ਦੇ ਘਰ ਜਾਓ, ਪ੍ਰਸ਼ਾਦਾ ਨਹੀਂ ਛਕਣਾ, ਧਰਮ ਦੇ ਨਾਂ ਤੇ ਹੋ ਰਹੇ ਉਹਨਾਂ ਚੀਜ਼ਾਂ ਦਾ ਜ਼ਿਕਰ ਕਰ ਰਹੇ ਜੋ ਸਾਡੀ ਕੌਮ ਵਿੱਚ ਕਮਜ਼ੋਰੀਆਂ ਆ ਚੁੱਕੀਆਂ ਨੇ। ਕਿਸੇ ਦੇ ਘਰ ਜਾ ਕੇ ਪਾਣੀ ਪੀਣਾ, ਉਹਦੀਆਂ ਟੂਟੀਆਂ ਨੂੰ ਪਹਿਲਾਂ ਮਾਂਜਣਾ, ਸਾਬਣ ਨਾਲ ਸੁਆਹ ਲੈ ਕੇ ਮਾਂਜਦੇ ਸੀ ਭਾਂਡੇ। ਇਹ ਕੀ ਸੀ? ਇੱਕ ਭੁਲੇਖਾ ਸੀ ਵੀ ਮੈਂ ਪਵਿੱਤਰ ਹਾਂ, ਇਹ ਅਪਵਿੱਤਰ ਲੋਕ ਹਨ, ਮੇਰਾ ਅੰਮ੍ਰਿਤ ਵੱਡਾ, ਇਹਨਾਂ ਦਾ ਅੰਮ੍ਰਿਤ ਛੋਟਾ ਹੈ। ਇੱਕ ਭੁਲੇਖਾ ਹੈ ਸਾਡੇ ਮਨ ਵਿੱਚ। ਬਾਹਰੀ ਪਵਿੱਤਰਤਾ, ਬਾਹਰੀ ਸੋਚ ਅੰਦਰ ਦੀ ਸੋਚ ਨਹੀਂ ਬਣਾ ਸਕਦੀ। ਸਿੱਖ ਦੇ ਘਰ ਬਤਾਵੇ, ਲੋੜ ਮੁਤਾਬਕ ਛਕੇ, ਲੋਭ ਨਾ ਕਰੇ। ਗੁਰੂ ਦਾ ਹੁਕਮ ਰਹਿਤਨਾਮੇ ਵਿੱਚ ਲਿਖਿਆ ਹੋਇਆ ਵੀ ਸਿੱਖ ਦੇ ਘਰ ਜਾਵੇ, ਲੋੜ ਮੁਤਾਬਕ ਛਕੇ, ਪਰ ਲੋਭ ਨਾ ਕਰੇ। ਜਦੋਂ ਸਾਨੂੰ ਤਾਂ ਹਦਾਇਤ ਹੀ ਬੜੀ ਕਲੀਅਰ ਸਪਸ਼ਟ ਦਿੱਤੀ ਹੋਈ ਹੈ। ਕੁਝ ਐਸੇ ਵੀ ਇਨਸਾਨ ਸਾਨੂੰ ਮਿਲ ਜਾਂਦੇ ਨੇ ਜਿਹੜੇ ਸੰਗਤ ਵਿੱਚ ਬੈਠ ਕੇ ਕਥਾ ਕੀਰਤਨ ਸਾਰਾ ਕੁਝ ਸਰਵਨ ਕਰ ਲੈਂਦੇ ਨੇ, ਪਰ ਕੜਾਹ ਪ੍ਰਸ਼ਾਦ ਦੀ ਜਦੋਂ ਵਾਰੀ ਆਉਂਦੀ ਉਦੋਂ ਉੱਠ ਕੇ ਬਾਹਰ ਚਲੇ ਜਾਂਦੇ ਨੇ। ਕਿਉਂ? ਉਹ ਜੀ ਇਹ ਸੋਚ ਨਾਲ ਨਹੀਂ ਬਣਿਆ, ਇਹ ਪਵਿੱਤਰਤਾ ਨਾਲ ਨਹੀਂ ਬਣਿਆ। ਸ਼ਾਇਦ ਇਹ ਸ਼ਕਲ ਦੇ ਨਾਲ ਸਾਡਾ ਆਤਮਿਕ ਅਵਸਥਾ ਹੀ ਨਾ ਡਾਊਨ ਹੋ ਜਾਏ। ਬੇਨਤੀ ਕਰਾਂ, ਸਭ ਕੁਝ ਸੁਣ ਲਿਆ, ਜਦੋਂ ਗੁਰੂ ਦੀ ਕਿਰਪਾ ਵਰਤੀ ਉਦੋਂ ਤਾਂ ਅਸੀਂ ਉੱਠ ਕੇ ਚਲੇ ਗਏ। ਪ੍ਰਸ਼ਾਦ ਕੀ ਹੈ? ਉਹ ਪ੍ਰਸ਼ਾਦ ਕਿਰਪਾ ਹੀ ਤਾਂ ਹੈ। ਗੁਰੂ ਨੇ ਜਿਹੜਾ ਸਾਡੇ ਤੇ ਬਖਸ਼ਿਸ਼ ਕਰਨੀ ਹੈ, ਅਸੀਂ ਉਹ ਕਿਉਂ ਅਸੀਂ ਇਨਕਾਰ ਕਰਦੇ ਹਾਂ ਇਹਨਾਂ ਚੀਜ਼ਾਂ ਤੋਂ? ਆਪਣੇ ਆਪ ਨੂੰ ਕਿਉਂ ਉੱਪਰ ਰੱਖਦੇ ਹਾਂ? ਉੱਪਰ ਤਾਂ ਕੇਵਲ ਮਨ ਦੀ ਪਵਿੱਤਰਤਾ ਨਾਲ ਇਨਸਾਨ ਹੋ ਸਕਦਾ, ਉਹ ਮਨ ਦੀ ਪਵਿੱਤਰਤਾ ਨਾਲ ਇਨਸਾਨ ਹੋ ਸਕਦਾ ਹੈ। ਤੋ ਸਤਿਗੁਰੂ ਜੀ ਇੱਥੇ ਜਿਹੜੀ ਗੱਲ ਸਾਨੂੰ ਸਪਸ਼ਟ ਕਰਦੇ ਵੀ ਜੇ ਮੈਂ ਲੱਖ ਵਾਰੀ ਵੀ ਇਸ਼ਨਾਨ ਕਰ ਲਵਾਂ, ਇੱਕ ਵਾਰੀ ਨਹੀਂ, ਦੋ ਵਾਰੀ ਨਹੀਂ, ਸੋਚ ਨਾ ਹੋਵੇ, ਇਹ ਮਨ ਦੀ ਪਵਿੱਤਰਤਾ ਨਹੀਂ ਹੋ ਸਕਦੀ। ਸੋਚ ਰੱਖਾਂ, ਬਾਹਰੀ ਤੌਰ ਤੇ ਮੈਂ ਬੜਾ ਸੋਚ ਰੱਖਦੇ ਹਾਂ, ਤਾਂ ਮਨ ਸੁੱਚਾ ਨਹੀਂ ਜੇ ਹੁੰਦਾ। ਤਨ ਧੋਤੇ ਮਨ ਹੱਛਾ ਨਾ ਹੋਏ, ਖਿਆਲ ਕਰਨਾ, ਤਨ ਧੋਤੇ ਮਨ ਹੱਛਾ ਨਾ ਹੋਏ। ਇਹ ਤਨ ਧੋਣ ਨਾਲ ਮਨ ਦੀ ਪਵਿੱਤਰਤਾ ਹੋ ਨਹੀਂ ਸਕਦੀ। ਫਿਰ ਕੂੜ ਦੀ ਕੰਧ ਕਿਵੇਂ ਟੁੱਟੇਗੀ? ਕੂੜ ਦੀ ਪਾਲ ਕਿਵੇਂ ਟੁੱਟੇਗੀ ਜਦ ਮਨ ਹੀ ਪਵਿੱਤਰ ਨਹੀਂ ਹੋਇਆ? ਗੱਲ ਤਾਂ ਸਾਰੀ ਕਹਾਣੀ ਤਾਂ ਮਨ ਦੀਆਂ ਚਾਰੇ ਚੀਜ਼ਾਂ ਦਾ ਜ਼ਿਕਰ ਗੁਰੂ ਸਾਹਿਬ ਜੀ ਨੇ ਕੀਤਾ। ਪਰ ਇੱਥੇ ਇਹ ਮਤਲਬ ਨਹੀਂ ਵੀ ਅਸੀਂ ਨਹਾਉਣਾ ਹੀ ਨਹੀਂ। ਸਰੀਰ ਦੀ ਸਫਾਈ ਲਈ ਇਸ਼ਨਾਨ ਜ਼ਰੂਰੀ ਹੈ,
ਕਰ ਇਸ਼ਨਾਨ ਸਿਮਰ ਪ੍ਰਭ ਆਪਣਾ। ਹੁਣ ਮਨ ਦੀ ਪਵਿੱਤਰਤਾ ਲਈ ਇਸ਼ਨਾਨ ਹੈ, ਤੇ ਤਨ ਦੀ ਪਵਿੱਤਰਤਾ ਲਈ ਇਸ਼ਨਾਨ ਸੀ, ਤੇ ਮਨ ਦੀ ਪਵਿੱਤਰਤਾ ਲਈ ਸੀ ਸਿਮਰਨ, ਉਹਦੀ ਯਾਦ, ਉਹਦਾ ਪਿਆਰ, ਉਹਦਾ ਜਪ। ਜਿੱਥੇ ਗੁਰੂ ਸਾਹਿਬ ਜੀ ਨੇ ਜ਼ਿਕਰ ਕੀਤਾ ਵੀ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭੈ ਅਰੋਗਾ। ਤਨ ਸੀ ਉਹ ਇਸ ਇਸ਼ਨਾਨ ਨਾਲ ਪਵਿੱਤਰ ਹੋਣਾ ਸੀ, ਤੇ ਨਾਮ ਦੇ ਇਸ਼ਨਾਨ ਦੇ ਨਾਲ ਤੇਰਾ ਮਨ ਪਵਿੱਤਰ ਹੋਣਾ ਸੀ। ਹੁਣ ਦੋਨੇ ਗੱਲ ਕੀਤੀਆਂ ਨਾ, ਵੀ ਇਸ਼ਨਾਨ ਵੀ ਕਰ ਲੈ ਤੇ ਨਾਮ ਵੀ ਜਪ ਲੈ, ਸਿਮਰਨ ਵੀ ਕਰ, ਬੰਦਗੀ ਵੀ ਕਰ। ਨਾਮ ਜਪਣਾ ਕੀ? ਉਹਦੀ ਯਾਦ, ਪਰਮੇਸ਼ਰ ਦੀ ਯਾਦ। ਕਹਿੰਦੇ ਨੇ ਦੇਖੋ, ਜਦੋਂ ਤੂੰ ਇਹ ਗੱਲ ਕਰੇਗਾ, ਫਿਰ ਕੋਟ ਬਿਗਨ ਲਾਥੇ ਪ੍ਰਭ ਸ਼ਰਨਾ, ਪ੍ਰਗਟ ਭੈ ਭਲੇ ਸੰਜੋਗਾ। ਸਾਰੇ ਤੇਰੇ ਵਿਘਨ ਦੂਰ ਹੋ ਜਾਣਗੇ, ਮਨ ਪਵਿੱਤਰ ਹੋ ਜਾਏਗਾ। ਅਗਲੀ ਗੱਲ ਜਿਹੜੀ ਸੀ, ਪ੍ਰਭ ਬਾਣੀ ਸ਼ਬਦ ਸੁਭਾਖਿਆ, ਇਹ ਗੱਲ ਜਿਹੜੀ ਸਮਝਣ ਵਾਲੀ ਸੀ, ਵੀ ਇਹ ਕੰਮ ਕਰਕੇ ਤੁਸੀਂ ਕਰੋ ਕਿ ਗਾਵੋ, ਸੁਣੋ, ਪੜੋ, ਨਿਤ ਭਾਈ ਗੁਰ ਪੂਰੇ ਤੂੰ ਰਾਖਿਆ। ਤੂੰ ਮਨ ਦੀ ਪਵਿੱਤਰਤਾ ਦਾ ਢੰਗ ਗੁਰੂ ਸਾਹਿਬ ਜੀ ਨੇ ਇਹ ਦੱਸਿਆ ਹੈ। ਤਨ ਦੀ ਪਵਿੱਤਰਤਾ ਦਾ ਢੰਗ ਬਾਹਰੀ ਇਸ਼ਨਾਨ ਹੈ, ਸਰੀਰ ਚੁਸਤ ਰਹਿੰਦਾ ਹੈ, ਤਾਜ਼ਾ ਰਹਿੰਦਾ ਹੈ। ਇਸੇ ਕਰਕੇ ਸਾਨੂੰ ਰੋਜ਼ ਇਸ਼ਨਾਨ ਸਵੇਰੇ ਕਰਨ ਦੀ ਹਦਾਇਤ ਕੀਤੀ ਗਈ ਹੈ। ਉਹਦੇ ਨਾਲ ਅੰਦਰ ਦੀ ਪਵਿੱਤਰਤਾ ਦਾ ਲੈਣਾ ਦੇਣਾ ਨਹੀਂ ਹੈ। ਉਹ ਇਸ਼ਨਾਨ ਸਾਡਾ ਸਿਰਫ ਇਸ ਵਾਸਤੇ ਹੈ ਵੀ ਸਾਡਾ ਰਾਤ ਨੂੰ ਸੌਣ ਤੋਂ ਬਾਅਦ ਸਰੀਰਕ ਚੁਸਤੀ ਦੇ ਲਈ, ਸਰੀਰ ਦੀ ਸਵੱਛਤਾ ਦੇ ਲਈ, ਸਾਡਾ ਮਨ, ਸਾਡੇ ਅੰਦਰ ਨੂੰ ਇਹ ਕਹਿ ਲਈਏ ਵੀ ਸਾਡੇ ਅੰਦਰ ਨੂੰ ਸਹਿਜ ਵਿੱਚ ਲਿਆਉਣ ਦੇ ਲਈ ਬਾਹਰੀ ਇਸ਼ਨਾਨ ਕਰਕੇ ਚੁਸਤ ਹੋ ਕੇ, ਐਵੇਂ ਬੈਠਾ ਵਾਸੀਆਂ ਲਈ ਜਾਈਏ, ਮਾਰੀ ਜਾਈਏ, ਸਿਰ ਏਦਾਂ ਡਿੱਗਿਆ ਹੋਵੇ, ਨਹੀਂ। ਇਸ ਕਰਕੇ ਚੁਸਤ ਬੁਰਤ ਕਰਨ ਦੇ ਲਈ ਗੁਰੂ ਸਾਹਿਬ ਜੀ ਨੇ ਕਿਹਾ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ। ਇੱਥੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਵੀ ਦੇਖੋ, ਜੇ ਕੇਵਲ ਸੋਚ ਕਰਨ ਦੇ ਨਾਲ, ਬਾਹਰੀ ਸੋਚ ਕਰਨ ਦੇ ਨਾਲ, ਬਾਹਰਲਾ ਇਸ਼ਨਾਨ ਕਰਨ ਦੇ ਨਾਲ ਕਿ ਜੇ ਹੋਣਾ ਹੁੰਦਾ ਤਾਂ ਮੈਂ ਕਹਿੰਦੇ ਨੇ ਲੱਖ ਵਾਰੀ ਵੀ ਇਸ਼ਨਾਨ ਕਰ ਲੈਂਦਾ। ਪਰ ਇਸ ਤਰ੍ਹਾਂ ਸੋਚ ਰੱਖਣ ਨਾਲ ਮਨ ਦੀ ਸੋਚ ਨਹੀਂ ਹੋ ਸਕਦੀ। ਗੱਲ ਬੜੀ ਸਪਸ਼ਟ ਜੀ ਹੋ ਗਈ ਵੀ ਜੇ ਸਾਡੀ ਮਨ ਦੀ ਪਵਿੱਤਰਤਾ ਹੀ ਇਸ ਢੰਗ ਨਾਲ ਨਹੀਂ ਹੋਣੀ, ਤਾਂ ਫਿਰ ਇਹ ਧਰਮ ਦੇ ਨਾਂ ਦੇ ਉੱਤੇ ਜੇ ਇਹ ਭੁਲੇਖੇ ਨਾਲ ਅਸੀਂ ਆਏ ਵੀ ਅਸੀਂ ਇਸ ਤੀਰਥ ਤੇ ਨਹਾਏ, ਅਸੀਂ ਫਲਾਣੀ ਤੀਰਥ ਤੇ ਨਹਾਏ, ਕਿਉਂਕਿ ਲੋਕ ਕਰਦੇ ਸਨ, ਕਰਮ ਕਾਂਡ ਚੱਲਦੇ ਸਨ। ਮਾਘ ਦੀ ਸੰਗਰਾਂਦ ਨੂੰ ਉੱਥੇ ਇਸ਼ਨਾਨ ਕਰਨਾ, ਤ੍ਰਿਵੇਣੀ ਤੇ ਜਾ ਕੇ ਨਹਾਉਣਾ, ਕੁੰਭ ਤੇ ਕਰਨਾ। ਅਸੀਂ ਇਸੇ ਭੁਲੇਖੇ 'ਚ ਰਹਿ ਗਏ। ਅਸੀਂ ਵੀ ਇਹ ਗਿਣਤੀਆਂ ਮਿਣਤੀਆਂ ਦੇ ਇਸ਼ਨਾਨ ਮਿੱਥ ਲਏ ਵੀ 5 ਵਾਰੀ ਫਲਾਣੀ ਜਗ੍ਹਾ ਤੇ ਇਸ਼ਨਾਨ ਕਰ ਲਈਏ, 4 ਵਾਰੀ ਫਲਾਣੀ ਜਗ੍ਹਾ ਤੇ ਇਸ਼ਨਾਨ ਕਰ ਲਈਏ, ਅਸੀਂ ਉੱਥੇ ਚੁਪਹਿਰੇ ਕੱਟ ਲਈਏ, ਜਾਂ ਉੱਥੇ ਇਸ ਢੰਗ ਨਾਲ ਚੱਲ ਰਹੀਏ। ਇਹ ਧਰਮ ਦੇ ਵਿੱਚੋਂ ਪ੍ਰਗਟ ਨਹੀਂ ਹੋ ਸਕਦਾ। ਧਰਮ ਤਾਂ ਗੁਰੂ ਦੇ ਉੱਤੇ ਭਰੋਸਾ ਹੈ, ਵਿਸ਼ਵਾਸ ਹੈ, ਯਕੀਨ ਦਾ ਨਾਮ ਹੈ। ਕੇਵਲ ਕਰਮ ਕਰਨ ਦੇ ਨਾਲ ਅੰਦਰ ਦੀ ਮਨ ਦਾ ਸਹਿਜ ਨਹੀਂ ਆਉਣਾ, ਕਿਉਂਕਿ ਕਰਮੀ ਸਹਿਜ ਨਾ ਉਪਜੈ, ਬਿਨ ਸਹਿਜੇ ਸਹਿਸਾ ਨਾ ਜਾਏ। ਭੁਲੇਖੇ ਦੂਰ ਨਹੀਂ ਹੋਣੇ, ਭਟਕਣਾ ਦੂਰ ਨਹੀਂ ਹੋਣੀ। ਕਰਮੀ ਕਰਮ ਕਰਨ ਦੇ ਨਾਲ, ਕੇਵਲ ਬਾਹਰੀ ਦਿਖਾਵਾ ਕਰਨ ਦੇ ਨਾਲ, ਮਕੈਨੀਕਲ ਰੈਪੀਟੇਸ਼ਨ ਕਰਨ ਦੇ ਨਾਲ, ਔਰ ਸਹਿਜ ਤੋਂ ਬਿਨਾ ਮਨ ਦੇ ਭੁਲੇਖੇ ਵੀ ਦੂਰ ਨਹੀਂ ਹੋਣੇ। ਤਾਂ ਗੁਰੂ ਸਾਹਿਬ ਜੀ ਨੇ ਉੱਥੇ ਵੀ ਆਨੰਦ ਸਾਹਿਬ ਦੀ ਬਾਣੀ ਸਾਨੂੰ ਇਹ ਗੱਲ ਸਮਝਾਈ, ਅਸੀਂ ਪੜ੍ਹਦੇ ਵੀ ਹਾਂ। ਦੇਖੋ ਵੀ ਕੇਵਲ ਬਾਹਰਲਾ ਦਿਖਾਵਾ ਕਰਨ ਦੇ ਨਾਲ, ਬਾਹਰੀ ਗੱਲ ਕਰਨ ਦੇ ਨਾਲ ਕੀ ਸਹਿਜ ਪੈਦਾ ਹੋ ਜਾਏਗਾ? ਨਹੀਂ। ਨਾ ਜਾਏ ਸਹਿਸਾ ਕਿਤੇ ਸੰਜਮ, ਰਹੇ ਕਰਮ ਕਮਾਏ। ਹੁਣ ਕਹਿੰਦੇ ਨੇ ਫਿਰ ਕਿਵੇਂ ਹੋਏਗਾ? ਇਹਨਾਂ ਸਹਿਸਿਆਂ ਵਿੱਚ ਤਾਂ ਜਿੰਦ ਮੈਲੀ ਹੋਈ ਪਈ ਹੈ। ਫਿਰ ਕਿਵੇਂ ਧੋਈਏ ਇਹਨੂੰ, ਕਿਵੇਂ ਪਵਿੱਤਰ ਕਰੀਏ ਜੇ ਬਾਹਰੀ ਕਰਮ ਕਰਨ ਦੇ ਨਾਲ ਨਹੀਂ ਹੋਣਾ? ਸਹਿਸਾ ਜਿਉ ਮਲੀਨ ਹੈ ਕਿ ਸੰਜਮ ਧੋਤਾ ਜਾਏ। ਤੇ ਗੁਰੂ ਸਾਹਿਬ ਕਹਿੰਦੇ ਮਨ ਧੋਵੋ ਸ਼ਬਦ ਲਾਗੋ, ਹਰਸ਼ੋ ਰਹੋ ਚਿਤ ਲਾਏ। ਬਸ ਆਹ ਢੰਗ ਸੀ। ਮਨ ਨੂੰ ਧੋਣਾ ਕਿੱਦਾਂ? ਸ਼ਬਦ ਦੇ ਨਾਲ ਲੱਗ ਕੇ। ਮਨ ਦੀ ਪਵਿੱਤਰਤਾ ਸ਼ਬਦ ਨੇ ਕਰਨੀ ਹੈ। ਮਨ ਦੀ ਮੈਲ ਸ਼ਬਦ ਨੇ ਲਾਉਣੀ ਹੈ। ਜਦ ਤੱਕ ਅਸੀਂ ਮਨ ਦੀ ਮੈਲ ਲਾਉਣ ਦੀ ਗੱਲ ਨਹੀਂ ਸਿੱਖਦੇ, ਅਮਲ ਵਿੱਚ ਨਹੀਂ ਲਿਆਉਂਦੇ,
ਫਿਰ ਅਸੀਂ ਬਾਹਰੀ ਕਰਮ ਕਾਂਡ ਵਿੱਚ ਹੀ ਫਸੇ ਰਹਾਂਗੇ। ਗੁਰੂ ਸਾਹਿਬ ਜੀ ਨੇ ਬੋਲੀਆਂ ਬਣਾਈਆਂ, ਸਰੋਵਰ ਬਣਾਏ। ਇਹ ਕਿਉਂ ਬਣਾਏ? ਪਾਣੀ ਦੀ ਕਿੱਲਤ ਸੀ, ਜਾਤ ਪਾਤ ਦੀ ਵੰਡ ਸੀ, ਲੰਗਰ ਚਲਾਏ, ਪੰਗਤ ਦੀ ਗੱਲ ਚਲਾਈ, ਸਿੱਖ ਨੂੰ ਬਰਾਬਰੀ ਦਾ ਦਰਜਾ ਦਿੱਤਾ, ਮਨ ਵਿੱਚੋਂ ਹੰਕਾਰ ਦੀਆਂ ਟੀਸੀਆਂ ਤੋਂ ਟੋਏ ਟਿੱਬੇ ਲਾਉਣ ਦੀ ਗੱਲ ਸਮਝਾਈ। ਇੱਕ ਜਗ੍ਹਾ ਤੇ ਜਦੋਂ ਉੱਚੀ ਵਾਲੇ ਛੋਟੀ ਵਾਲੇ ਇਸ਼ਨਾਨ ਕਰੇਗਾ, ਮਨ ਅੰਦਰੋਂ ਹੰਕਾਰ ਦੂਰ ਹੋ ਜਾਏਗਾ, ਅਭਿਮਾਨ ਦੂਰ ਹੋਏਗਾ। ਪਰ ਜੇ ਅਸੀਂ ਇਹੋ ਹੀ ਹੰਕਾਰ ਕਰ ਲਿਆ, ਮੈਂ ਤਾਂ ਹਰ ਸਾਲ ਫਲਾਣੀ ਜਗ੍ਹਾ ਤੇ ਜਾਣਾ, ਮੈਂ ਤਾਂ ਇੰਨੀਆਂ ਯਾਤਰਾ ਕਰ ਲਈਆਂ, ਮੇਰੀਆਂ ਕੀਤੀਆਂ ਹੋਈ ਯਾਤਰਾ ਦਾ, ਮੇਰੇ ਕੀਤੇ ਹੋਏ ਇਸ਼ਨਾਨ ਦਾ ਵੀ ਹੰਕਾਰ ਸਾਡੇ ਅੰਦਰ ਆ ਕੇ ਬਸ ਗਿਆ, ਫਿਰ ਦੱਸੋ ਮਨ ਪਵਿੱਤਰ ਹੋਇਆ ਜਾਂ ਮਨ ਹੋਰ ਰੱਬ ਤੋਂ ਦੂਰ ਹੋਇਆ? ਨਹੀਂ ਹੋ ਸਕਦਾ ਪਵਿੱਤਰ। ਇਹ ਤਾਂ ਹੀ ਹੋਣਾ ਹੈ ਜਿਹੜਾ ਸੁੱਚ ਹੋਵੇ ਤਾਂ ਸੱਚ ਪਾਈਏ, ਜੇ ਸੱਚੇ ਦੇ ਨਾਲ ਜੁੜਿਆ ਰਹੇਗਾ। ਤਾਂ ਗੁਰੂ ਪਾਤਸ਼ਾਹ ਜੀ ਨੇ ਇਸ ਪਹਿਲੀ ਪੰਕਤੀ ਦੇ ਵਿੱਚ, ਜਿਹੜੀ ਪਹਿਲੀ ਪੌੜੀ ਦੀ ਪਹਿਲੀ ਪੰਕਤੀ ਦੇ ਵਿੱਚ ਹੀ ਮਨ ਦੀ ਪਵਿੱਤਰਤਾ ਦੀ ਗੱਲ ਜਿਹੜੀ ਹੈ ਉਹ ਸਾਨੂੰ ਸਮਝਾਈ ਹੈ। ਹੁਣ ਸਤਿਗੁਰੂ ਜੀ ਫਿਰ ਅੱਗੇ ਜਾ ਕੇ ਕਹਿੰਦੇ ਨੇ ਚੁੱਪੈ ਚੁੱਪ ਨਾ ਹੋਵਈ, ਜੇ ਲਾਏ ਰਹਾ ਲਿਵਤਾਰ। ਚੁੱਪ ਕਰਨ ਦੇ ਨਾਲ ਲੋ, ਜਦੋਂ ਕੁਝ ਬੰਦਿਆਂ ਨੇ ਇਹ ਸੋਚਿਆ ਵੀ ਮਨ ਦੇ ਕੇਵਲ ਇਸ਼ਨਾਨ ਕਰਨਾ 'ਚ ਗੱਲ ਨਹੀਂ ਬਣਦੀ, ਤਾਂ ਫਿਰ ਮੈਂ ਚੁੱਪ ਕਰਕੇ ਬੈਠ ਜਾਵਾਂ, ਸਮਾਧੀ ਲਾ ਕੇ ਬੈਠ ਜਾਵਾਂ। ਦੇਖੋ ਗੁਰੂ ਸਾਹਿਬ ਜੀ ਨੇ ਕਿੰਨੀਆਂ ਸਾਡੇ ਲਈ ਇੱਕ ਮਾਰਗਦਰਸ਼ਨ ਕੀਤੇ ਨੇ, ਇੱਕ ਇੱਕ ਅੱਖਰ ਦੇ ਵਿੱਚ। ਮਨ ਤਾਂ ਚੁੱਪ ਨਹੀਂ ਹੋਇਆ, ਬਾਹਰੋਂ ਬੰਦਾ ਚੁੱਪ ਕਰਕੇ ਬੈਠ ਗਿਆ। ਇਹ ਦੂਜੀ ਪ੍ਰਣਾਲੀ ਸੀ ਉਸ ਵੇਲੇ ਚੱਲ ਰਹੀ ਕਿ ਚਿੱਤ ਬਿਰਤੀਆਂ ਨੂੰ ਰੋਕ ਕੇ, ਵਾਸ਼ਨਾਵਾਂ, ਫੁਰਨਿਆਂ ਤੇ ਕਲਪਨਾ ਨੂੰ ਅਫੁਰ ਕਰਕੇ ਅਸੀਂ ਜੇ ਜ਼ਿੰਦਗੀ ਜੀਏ ਤਾਂ ਪਰਮੇਸ਼ਰ ਨਾਲ ਭੇਦ ਹੋ ਸਕੀਦਾ। ਪਰ ਇਹ ਅਫੁਰ ਅਵਸਥਾ ਜਾਂ ਮਨ ਚੁੱਪ ਦੀ ਅਵਸਥਾ, ਮਨ ਨੂੰ ਜ਼ੋਰ ਦੇ ਸਾਧਨਾਂ ਨਾਲ ਰੋਕ ਕੇ ਸੱਚ ਦੀ ਪ੍ਰਾਪਤੀ ਨਹੀਂ ਹੋਈ, ਅਸੰਭਵ ਸੀ, ਅਸੰਭਵ ਬਾਤ ਹੈ। ਇਸ ਲਈ ਇਹ ਜੁਗਤੀ ਜਿਹੜੀ ਇਹ ਵੀ ਸਫਲ ਨਹੀਂ ਹੋਈ। ਜ਼ੋਰ ਦੇ ਨਾਲ, ਸਮਾਧੀਆਂ ਲਾਉਣ ਦੇ ਨਾਲ, ਮਨ ਨੂੰ ਚੁੱਪ ਕਰਾਉਣ ਦੇ ਨਾਲ ਮਨ ਚੁੱਪ ਨਹੀਂ ਹੁੰਦਾ, ਮਨ ਤਾਂ ਹੋਰ ਖਿੰਡਦਾ ਹੈ। ਬਾਹਰੀ ਚੁੱਪ ਦੇ ਨਾਲ ਭੋਲਿਆ ਅੰਦਰ ਚੁੱਪ ਹੋ ਜਾਂਦਾ, ਵਿਚਾਰ ਤਾਂ ਨਹੀਂ ਮੁੱਕ ਜਾਂਦੇ। ਤੁਸੀਂ ਕਦੀ ਇਕੱਲੇ ਬੈਠ ਜਾਓ, ਸੋਚਣ ਲੱਗ ਪਓ, ਤੇ ਇਕੱਲੇ ਬੈਠ ਕੇ ਅੱਖਾਂ ਵੀ ਮੀਟ ਲਓ ਤੇ ਮਨ ਤਾਂ ਜ਼ਿਆਦਾ ਉਡਾਰੀਆਂ ਲਾਉਣ ਲੱਗ ਪੈਂਦਾ। ਜਿਵੇਂ ਜਿਵੇਂ ਅਸੀਂ ਮਨ ਨੂੰ ਰੋਕਣ ਦਾ ਯਤਨ ਕਰਦੇ ਹਾਂ, ਮਨ ਜਿਹੜਾ ਹੋਰ ਚਲੀ ਜਾਂਦਾ। ਇਹ ਯੋਗ ਅਵਸਥਾ ਦੇ ਨਾਲ, ਸਮਾਧੀਆਂ ਲਾਉਣ ਦੇ ਨਾਲ ਅਫੁਰ ਮਨ ਕਦੀ ਸਦੀਵੀ ਨਹੀਂ ਹੋ ਸਕਦਾ। ਹਾਂ, ਮਹਾਸੁਨ ਪਰਮੇਸ਼ਰ ਦੇ ਵਿੱਚ ਮਿਲ ਕੇ ਸੁਨ ਰੂਪ ਹੋ ਜਾਏ, ਜਿਹਨੂੰ ਅਸੀਂ ਸਿੱਧ ਗੋਸ਼ਟ ਵਿੱਚ ਪੜ੍ਹਿਆ ਸੀ, ਉਹ ਮਹਾਸੁਨ, ਉਹਦੇ ਚ ਸੁਨ ਰੂਪ ਹੋ ਕੇ, ਭਾਵ ਬਾਹਰੀ ਪਦਾਰਥਾਂ ਦੀ ਪਕੜ ਛੱਡ ਕੇ, ਜਿਸ ਸਮਾਧੀਆਂ ਦੀ ਗੱਲ ਛੱਡ ਕੇ, ਫਿਰ ਇਹਦੀਆਂ ਵਾਸ਼ਨਾਵਾਂ ਤੇ ਹਉਮੈ ਦੀ ਗੰਢ ਖੁੱਲਦੀ ਹੈ। ਪਰ ਜਿਹੜੀ ਢੀਠਤਾ ਦੇ ਨਾਲ, ਧੱਕੇ ਨਾਲ, ਧੱਕਾ ਜੋਰੀ ਚੁੱਪ ਬਣਾਈ ਹੋਈ, ਇਹ ਬਨੌਟੀ ਚੁੱਪ ਜਿਹੜੀ ਹਨ, ਇਹਨਾਂ ਦੇ ਨਾਲ ਗੱਲ ਨਹੀਂ ਬਣ ਸਕਦੀ। ਕਦੇ ਲਗਾਤਾਰ ਬੈਠਾ ਜਾਵੇ। ਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਅੰਦਰ ਸਾਨੂੰ ਇਹ ਗੱਲਾਂ ਸਮਝਾਈਆਂ ਨੇ। ਕਹਿੰਦੇ ਨੇ ਬੋਲੇ ਨਾਹੀਂ ਹੋਏ ਬੈਠਾ ਮੋਨੀ। ਲੋ ਜੀ, ਸਾਡੇ ਮੋਨੀ ਜੀ ਹੈ। ਅਸੀਂ ਤਾਂ ਆਪਣੇ ਧਾਰਮਿਕ ਆਗੂਆਂ ਨੂੰ ਮੋਨੀ ਜੀ ਕਹਿ ਕੇ ਬੁਲਾਉਣ ਲੱਗ ਪਏ ਜੀ। ਮੂੰਹ ਤੇ ਪੱਟੀ ਬੰਨ ਲਈ, ਠਾਠਾ ਬੰਨ ਲਿਆ, ਗੱਲ ਨਹੀਂ ਕਰਨੀ ਜੀ, ਮੋਨੀ ਜੀ ਹੈ, ਆਪਣੇ ਨਾਂ ਨਾਲ ਮੋਨੀ ਲਾ ਲਿਆ। ਗੁਰੂ ਨਾਨਕ ਪਾਤਸ਼ਾਹ ਜੀ ਨੇ ਤਾਂ ਮੋਨੀ ਨੂੰ ਪ੍ਰਵਾਨ ਹੀ ਨਹੀਂ ਸੀ ਕੀਤਾ। ਵੀ ਜ਼ਰੂਰ ਜ਼ਬਾਨ ਤੋਂ ਚੁੱਪ ਹੈ ਤੇ ਅੰਦਰ ਤਾਂ ਚੁੱਪ ਨਹੀਂ ਹੈ। ਜ਼ਬਾਨ ਤੇ ਠਾਠਾ ਬੰਨਿਆ, ਅੰਦਰ ਨੂੰ ਤਾਂ ਠਾਠਾ ਨਹੀਂ ਵੱਜਾ। ਜ਼ਬਾਨ ਤੇ ਪੱਟੀ ਬੰਨੀ, ਮੂੰਹ ਬੰਨ ਲਿਆ, ਅੰਦਰ ਤਾਂ ਨਹੀਂ ਵੱਜਾ।
ਅਨੇਕਾਂ ਤਰ੍ਹਾਂ ਦੀਆਂ ਗੱਲਾਂ ਅੰਦਰ ਫੁਰਦੀਆਂ ਨੇ, ਅੰਦਰ ਅਨੇਕਾਂ ਤਰ੍ਹਾਂ ਦੇ ਫੁਰਨੇ ਫੁਰਦੇ ਨੇ। ਕਈ ਸਵਾਲ, ਕਈ ਜਵਾਬ, ਕਈ ਦਲੀਲਾਂ, ਕਈ ਅਪੀਲਾਂ ਇਸ ਮਨ ਦੇ ਵਿੱਚ ਪ੍ਰਗਟ ਹੁੰਦੀਆਂ ਨੇ। ਸਾਰੀਆਂ ਸਕੀਮਾਂ ਤਾਂ ਅੰਦਰ ਚੱਲਦੀਆਂ, ਬਾਹਰ ਤਾਂ ਕੁਛ ਵੀ ਨਹੀਂ ਹੈ। ਸਾਡੀ ਜਿਹੜੀ ਡਿਸਕ ਹੈ ਉਹ ਤਾਂ ਅੰਦਰ ਹੈ, ਬਾਹਰ ਕੀ ਹੈ? ਕੁਛ ਨਹੀਂ। ਜਿਹੜੀ ਉਹ ਸਕੀਮ ਚੱਲਦੀ ਉਹਦੇ ਅਨੁਸਾਰ ਅਸੀਂ ਚੱਲਦੇ ਹਾਂ। ਵੀ ਕਈ ਸਵਾਲ, ਕਈ ਤਰ੍ਹਾਂ ਦੀਆਂ ਦਲੀਲਾਂ, ਸਕੀਮਾਂ ਸਾਡੇ ਅੰਦਰ ਚੱਲਦੀਆਂ ਨੇ। ਉਹ ਭੋਲਿਆ, ਜੇ ਬਾਹਰਲੀ ਸੋਚ ਨਾਲ ਅੰਦਰ ਦੀ ਸੋਚ ਨਹੀਂ ਹੁੰਦੀ ਤੇ ਬਾਹਰੀ ਚੁੱਪ ਨਾਲ ਅੰਦਰ ਦੀ ਚੁੱਪ ਵੀ ਨਹੀਂ ਹੋਣੀ। ਇਹ ਤਾਂ ਐਵੇਂ ਇੱਕ ਦਿਖਾਵਾ ਹੈ, ਇੱਕ ਪਖੰਡ ਹੈ ਜਿਹੜਾ ਤੂੰ ਧਰਮ ਦੇ ਨਾਂ ਦੇ ਉੱਤੇ ਕਰੀ ਜਾਂਦਾ। ਗੁਰੂ ਨਾਨਕ ਪਾਤਸ਼ਾਹ ਜੀ ਨੇ ਗੱਲ ਸਮਝਾ ਦਿੱਤੀ। ਕਹਿਣ ਲੱਗੇ ਵੀ ਜੇ ਤੂੰ ਮੌਨੀ ਹੋ ਕੇ ਵੀ ਬਹਿ ਜਾਏ, ਸਮਾਧੀ ਲਾ ਕੇ ਬਹਿ ਵੀ ਜਾਏ, ਫਿਰ ਅੰਤਰ ਕਲਪ ਭਵਾਈਆ ਜੋਨੀ, ਬੋਲੇ ਨਹੀਂ ਹੋਏ ਬੈਠਾ ਮੋਨੀ, ਅੰਤਰ ਕਲਪ ਭਵਾਈਆ ਜੋਨੀ। ਅੰਦਰ ਤਾਂ ਕਲਪਨਾ ਹੈ, ਮਨ ਤਾਂ ਸ਼ਾਂਤ ਨਹੀਂ ਹੋਇਆ। ਪਰ ਕਈ ਵਾਰੀ ਖਿਆਲ ਰੱਖਿਓ, ਆਪਾਂ ਦੇਖਦੇ ਹਾਂ ਵੀ ਬੰਦਾ ਚੁੱਪ ਕਰਕੇ ਬਹਿ ਜਾਏ ਨਾ, ਉਹਨੂੰ ਮਾਨਸਿਕ ਰੋਗ ਵੀ ਲੱਗ ਜਾਂਦੇ ਆ, ਬਿਮਾਰੀਆਂ ਲੱਗ ਜਾਂਦੀਆਂ। ਖਾਸ ਕਰਕੇ ਡਿਪਰੈਸ਼ਨ ਦਾ ਰੋਗ ਜਿਹਨੂੰ ਅਸੀਂ ਕਹਿ ਦਿੰਦੇ ਹਾਂ। ਇਕੱਲੇ ਬੰਦੇ ਨੂੰ ਕੋਈ ਗੱਲਬਾਤ ਨਾ ਕਰੇ, ਚੁੱਪ ਕਰਕੇ ਬੈਠਾ ਹੋਵੇ, ਕੋਈ ਗੱਲ ਸੁਣਨ ਵਾਲਾ ਨਾ ਹੋਵੇ, ਤਾਂ ਉਹ ਬੰਦੇ ਨੂੰ ਡਿਪਰੈਸ਼ਨ ਹੋ ਜਾਂਦਾ। ਮਨੁੱਖ ਦੇ ਮਨ ਅੰਦਰ ਰੋਜ਼ ਨਵੀਆਂ ਨਵੀਆਂ ਖਾਸ਼ਾਂ, ਨਵੇਂ ਨਵੇਂ ਵਿਚਾਰ ਜਨਮ ਲੈਂਦੇ ਨੇ, ਤੇ ਸਰੀਰਕ ਧੱਕੇ ਜੋਰੀ ਦੇ ਨਾਲ ਸਮਾਧੀ ਲਾ ਕੇ ਉਹਨਾਂ ਨੂੰ ਦੱਬਿਆ ਨਹੀਂ ਜਾ ਸਕਦਾ, ਨਾ ਹੀ ਦਬਾਇਆ ਜਾ ਸਕਦਾ ਹੈ। ਉਹ ਖਾਸ਼ਾਂ ਮਰਦੀਆਂ ਨਹੀਂ, ਨਾ ਹੀ ਰੋਲੇ ਨਾਲ ਜਾਂ ਸਰੀਰ ਦੇ ਨਾਲ ਇਹਨਾਂ ਖਾਸ਼ਾਂ ਨੂੰ ਪੂਰਾ ਕਰਕੇ ਅਸੀਂ ਕੋਈ ਗੱਲਬਾਤ ਬਣਾ ਸਕਦੇ ਹਾਂ। ਗੁਰੂ ਜੀ ਨੇ ਆਸ਼ਾ ਵਿੱਚ ਨਿਰਾਸ਼ ਰਹਿਣ ਦੀ ਗੱਲ ਸਮਝਾਈ ਹੈ। ਉਹ ਉਪਦੇਸ਼ ਅਸੀਂ ਪੜ੍ਹਿਆ ਸੀ, ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗਾਈ ਨੈਸਾਨੈ, ਸੁਰਤ ਸ਼ਬਦ ਭਵ ਸਾਗਰ ਤਰੀਐ, ਨਾਨਕ ਨਾਮ ਬਖਾਨੈ। ਰਹੇ ਇਕਾਂਤ ਇੱਕੋ ਮਨ ਵਸਿਆ, ਆਸਾ ਮਾਹੇ ਨਿਰਾਸੋ। ਸਿੱਧ ਗੋਸ਼ਟ ਵਿੱਚ ਅਸੀਂ ਵਿਚਾਰ ਪੜ੍ਹੇ ਸੀ ਗੁਰੂ ਨਾਨਕ ਪਾਤਸ਼ਾਹ ਜੀ ਦੇ। ਅਗੰਮ ਅਗੋਚਰ ਦੇਖ ਦਿਖਾਏ, ਨਾਨਕ ਤਾਂ ਕਾ ਦਾਸੋ। ਨਾਨਕ ਤਾਂ ਉਹਦਾ ਦਾਸ ਹੈ। ਕਿਹਦਾ? ਜਿਹੜਾ ਰਹੇ ਇਕਾਂਤ, ਇੱਕੋ ਮਨ ਵਸਿਆ। ਉਹ ਅਸਲੀ ਇਕਾਂਤੀ ਹੈ, ਜਿਹਦੇ ਮਨ ਵਿੱਚ ਕਰਤਾਰ ਵਸਿਆ ਹੋਇਆ, ਨਿਰੰਕਾਰ ਵਸਿਆ ਹੋਇਆ। ਅਸਲੀ ਚੁੱਪ ਉਹ ਕਰਦਾ ਹੈ, ਅਸਲੀ ਚੁੱਪ ਉਹਨੇ ਧਾਰਨ ਕੀਤੀ ਹੈ ਜਿਹਦੇ ਮਨ ਵਿੱਚ ਨਿਰੰਕਾਰ ਵਸਿਆ ਹੋਇਆ। ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਅਗੰਮ ਅਗੋਚਰ ਦੇਖ ਦਿਖਾਏ, ਨਾਨਕ ਤਾਂ ਕਾ ਦਾਸੋ। ਮੈਂ ਉਹਦਾ ਦਾਸ ਹਾਂ ਜਿਹੜਾ ਆਪ ਦੇਖਦਾ ਤੇ ਦੂਜਿਆਂ ਨੂੰ ਦਿਖਾਉਂਦਾ ਹੈ। ਤੇ ਗੁਰੂ ਦੇ ਗਿਆਨ ਦੀ ਪ੍ਰਾਪਤੀ ਤੋਂ ਬਿਨਾਂ ਵਿਖਾਵੇ ਦੀ ਚੁੱਪ ਧਾਰਨੀ ਆਪਣੀ ਬਿਰਤੀ ਨੂੰ ਖਰਾਬ ਕਰਨ ਵਾਲੀ ਗੱਲ ਹੈ। ਅਜਿਹੀ ਕਿਰਿਆ ਦੇ ਨਾਲ, ਅਜਿਹੇ ਕੰਮ ਕਰਨ ਦੇ ਨਾਲ ਮਨੁੱਖ ਅਗਿਆਨਤਾ ਦੀ ਨੀਂਦ ਵਿੱਚੋਂ ਨਹੀਂ ਜਾਗ ਸਕਦਾ। ਮੋਨ ਵਿਗੂਤਾ ਕਿਉਂ ਜਾਗੇ ਗੁਰਬਿਨ ਸੂਤਾ, ਆਸਾ ਕੀ ਵਾਰ ਚ ਅਸੀਂ ਪੜ੍ਹਦੇ ਹਾਂ। ਗੁਰਮਤ ਵਿੱਚ ਜਿਹੜਾ ਗੁਰਮਤ ਦਾ ਸਿਧਾਂਤ ਹੈ, ਉਹ ਹੈ ਥੋੜਾ ਬੋਲਣ ਦਾ, ਥੋੜਾ ਸੌਣ ਦਾ, ਥੋੜਾ ਖਾਣ ਦਾ। ਗੁਰਮਤ ਦਾ ਸਿਧਾਂਤ ਇਹ ਹੈ। ਭਾਈ ਸਾਹਿਬ, ਭਾਈ ਗੁਰਦਾਸ ਜੀ ਨੇ ਜਿਹੜੀ ਗੱਲ ਸਮਝਾਈ ਹੈ, ਉਹ ਕਹਿੰਦੇ ਨੇ ਥੋੜਾ ਸਵਨਾ ਖਾਵਨਾ, ਥੋੜਾ ਬੋਲਣ ਗੁਰਮਤ ਪਾਏ। ਵੀ ਥੋੜਾ ਸਵਨਾ ਖਾਵਨਾ, ਥੋੜਾ ਬੋਲਣ ਗੁਰਮਤ ਪਾਏ। ਫਜ਼ੂਲ ਦੀਆਂ ਗੱਲਾਂ, ਹਰ ਵੇਲੇ ਬਸ ਬਹਿਸ ਮੁਆਸਲੇ, ਸਾਰੀ ਜ਼ਿੰਦਗੀ ਇਹਦੇ 'ਚ ਤੁਰੇ ਫਿਰਨਾ, ਇਹ ਤਾਂ ਜਿਹੜੀ ਸਾਡਾ ਸਿਧਾਂਤ ਸੀ, ਉਹ ਸਾਡੀ ਜਿਹੜੀ ਗੁਰਸਿੱਖ ਦੀ ਨਿਤ ਕਰਨੀ ਦੇ ਵਿੱਚ ਸੀ, ਉਹ ਸੀ ਪਿਛਲ ਰਾਤੀ ਜਾਗਣਾ, ਨਾਮਦਾਨ ਇਸ਼ਨਾਨ ਦਿੜਾਏ, ਮਿੱਠਾ ਬੋਲਣ ਨਿਵ ਚੱਲਣ, ਹੱਥੋਂ ਦੇ ਕੇ ਭਲਾ ਮਨਾਏ, ਥੋੜਾ ਸਵਨਾ ਖਾਵਨਾ, ਥੋੜਾ ਬੋਲਣ ਗੁਰਮਤ ਪਾਏ। ਉਸੀ ਘਾਲ ਖਾਏ, ਸੁਕ੍ਰਿਤ ਕਰੇ, ਵੱਡਾ ਹੋਏ ਨਾ ਆਪ ਗਨਾਏ। ਤੇ ਗੁਰੂ ਪਾਤਸ਼ਾਹ ਕਹਿੰਦੇ ਵੀ ਦੇਖ, ਇਸ ਢੰਗ ਦੇ ਨਾਲ
तेरी पवित्रता नहीं होनी, ना ही मन जिहड़ा है उन्हें शांत होना है, ना ही मन की जिहड़ी है चुप होनी है। गुरु नानक दे मार्ग ने गृहस्थ छड्ड के जंगलों में जाके समाधियां लाउण दा मार्ग जिहड़ा सी इस विचारधारा नूं प्रवाह नहीं कीता, सगों अजिहे विचारधारा दे मुनियां दे एकांतियां दे गुरु साहब जी ने चंगी तरह पाज गुरबाणी विच खोले हन। सतगुरु का बचन आउंदा, कान फिराए हिराए टूका, घर घर मांगे तृप्तावन ते चूका, बनता छोड़ बद नदर पर नारी, वेस ना पाइए महा दुखियारी। गुरु साहब का बचन है, 1348 अंक ते श्री गुरु ग्रंथ साहब जी दे। कन बड़ ले बा लोकां घर मंगण तुर गया, ते कहंदे तृप्ति कित्थों होनी सी, समाधि ला के बैठ गया, पेट तो भरना ही सी ना, मन की भुख तो ना मिटी, कित्थों मिटनी सी। तो एकांती बारे जिहड़ी गल साडे चुप करन दी गल गुरु साहब जी ने कीती है, वो गुरु साहब जी ने सानू समझाई है। सो एकांती किहड़ा, जिस हृदा थाए, जिस दे हृदय विच परमेश्वर वसिया होया, सोई निश्चल साज ठाए, वो सदा टिकाणा उहदा ही है। सतगुरु पातशाह जी ने जिहड़े बचन सानू समझाए ने, सो एकांती जिस हृदा थाए, सो एकांती वो है, सोई निश्चल साज ठाए। तो सतगुरु जी ने जिथे चुप की गल समझा दी, गुरु नानक पातशाह जी सानू ये गल कहंदे पालिया, इत्थे गल नहीं बननी। साडा तां जिहड़ा सिद्धांत है वो भाई गुरदास जी ने भी स्पष्ट किया, वाहिगुरु गुरु शब्द लै परम प्याला चुप चबोला। बस वाहिगुरु गुरु शब्द की याद में जुड़ जा, इहो तेरी चुप है। बस शब्द की याद, इहो तेरा जप है, इहो तेरा चिंतन है। धर्म के नां ते केवल पखंड करने का मार्ग जिहड़ा है वो गुरु नानक पातशाह जी ने प्रवान नहीं किया। तो सतगुरु महाराज सच्चे पातशाह जी ने जिहड़ी गल सानू समझा दी है वो ये है कि ना तां तीर्थ इशनानां दे नाल बाहरली सोच नाल अंदर पवित्र हुंदा है, ना ही समाधियां लाउण नाल चुप करन नाल अंदर चुप हुंदा है। मन की चुप नहीं हो सकती। तीजा सिद्धांत, भुखिया भुख ना उतरी, जे बन्ना पुरियां भार। हुण तीजा सिद्धांत साडे अगे रख दिता। पुरियां भुख दा अर्थ है लालच तृष्णा, भी जे भुखा रह लवे, जे सारी दुनिया के पदार्थ इकट्ठे कर लवे, पुरियां भार, सारे लोगों का भार। हुण सतगुरु कहंदे भी जे मैं सारे भवनां दे पदार्थां दा ढेर भी सांभ लवां, भाव इन्ने पदार्थ इकट्ठे कर लवां, तृष्णा दे अधीन रहां, तृष्णा नहीं टुट सकती। तृष्णा मुकदी नहीं, तृष्णा तो एक अग है। जिवें जिवें असी इहनूं पदार्थां दा चोगा पाउने आ, ये अग होर वधदी जांदी है। जिवें जिवें असी तृष्णा दी नूं पदार्थां दा चोगा पाउने आ, ये अग होर वधदी है। अग नूं कोई पुछो, बालन पाई जाओ भी तू रज गई, वो कहेगी नहीं, कभी मैं भी बालन तो रजदी है, मेरी तो खुराक है। जो पावक इधर नहीं धरप है, जिहड़ी अग है कदी बालन तो रचदी है? बिल्कुल नहीं। जिन्ना मर्जी बालन लखां मन करोड़ा मन, जिन्हां दी गिनती कोई नहीं, पाई जाओ बलदी जाएगी। ते इंसान नूं दुनिया के पदार्थां दा चोगा पाई जाओ ते पुछ लो तू रच गया? नहीं नहीं, अजे तो होर तरक्की करनी है, हले तो होर है, कोई चाहिए रह गया, इन्ना करने वाला, इन्ना रह गया। हर वेले हुई विचार घूमते हैं। ये तो सहस खटे लख को उठता हवे, ये तो वो बिरती है। बंदे की बिरती वो है कि जिस हजार खट लिया ते वो
ਲੱਖਾਂ ਦੀਆਂ ਗੱਲਾਂ ਕਰਦਾ, ਲੱਖ ਹੱਟ ਲਿਆ ਤੇ ਕਰੋੜਾਂ ਦੀਆਂ ਗੱਲਾਂ ਕਰਦਾ। ਪੈਦਲ ਜਾਂਦਾ ਸਾਈਕਲ ਦੀ ਆਸ ਰੱਖਦਾ, ਸਾਈਕਲ ਲੈ ਕੇ ਬਾਈਕ ਦੀ ਆਸ ਰੱਖ ਲਈ, ਬਾਈਕ ਰੱਖ ਲਿਆ ਕਾਰ ਦੀ ਰੱਖ ਲਈ, ਕਾਰ ਦੀ ਆ ਗਈ ਵੱਡੀ ਕਾਰ, ਵੱਡੀ ਕਾਰ ਤੋਂ ਹੈਲੀਕਾਪਟਰ, ਹੈਲੀਕਾਪਟਰ ਤੋਂ ਹਵਾਈ ਜਹਾਜ਼। ਪਤਾ ਨਹੀਂ ਕੀ ਆਸ ਸਾਡੀਆਂ ਮਨ ਦੇ ਕਦੀ ਰਚਦਾ ਬੰਦਾ। ਦੁਨੀਆ ਦੇ ਪਦਾਰਥਾਂ ਨੂੰ ਕੇਵਲ ਇਹ ਜੀਵਨ ਦਾ ਮਨੋਰਥ ਨਹੀਂ ਹੈ। ਪਦਾਰਥ ਮਾਲਕ ਦੇ ਹੀ ਜਾਂਦਾ ਹੈ, ਅੱਗੇ ਜਾ ਕੇ ਜਪ ਦੀ ਵਿਚਾਰ 'ਚ ਗੱਲਾਂ ਆਉਣਗੀਆਂ। ਉਹਦਾ ਸ਼ੁਕਰਾਨਾ ਕਰ, ਆਨੰਦ ਮਾਣ, ਪਰ ਇਹ ਨਾ ਕਹਿ ਜੇ ਹੋਰ 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 ਹਰ ਵੇਲੇ ਹੋਰ ਦੀ ਗੱਲ ਜਿਹੜੀ ਚੱਲੀ ਜਾਵੇ। ਤਾਂ ਧਰਮ ਦੀ ਦੁਨੀਆ ਵਿੱਚ ਇਹ ਕੰਮ ਚੱਲਦਾ ਸੀ ਕਿ ਮਨ ਦੀਆਂ ਵਾਸ਼ਨਾਵਾਂ ਨੂੰ ਖਤਮ ਕਰਨ ਦੇ ਲਈ, ਮਨ ਨੂੰ ਬਿਨਾਂ ਵਾਸ਼ਨਾਵਾਂ ਰੋਕਣ ਦੇ ਲਈ, ਮਨੁੱਖ ਮਨ ਦੀ ਭੁੱਖ ਦੂਰ ਕਰਨ ਲਈ ਤੁਰਿਆ ਫਿਰੇ। ਹੁਣ ਇਹ ਉਹਨੂੰ ਖੁੱਲੀ ਛੁੱਟੀ ਦੇ ਦਿਓ, ਲੈ ਵੀ ਪਹਿਲਾਂ ਇਕੱਠਾ ਕਰ ਲੈ, ਜਦੋਂ ਤੇਰੇ ਕੋਲ ਸਾਰੀ ਦੁਨੀਆ ਦੇ ਪਦਾਰਥ ਆ ਜਾਣਗੇ ਉਦੋਂ ਗਮ ਜਿਹੜਾ ਹੈ ਉਹ ਰੱਜ ਜਾਏਗਾ। ਮਨ 'ਚ ਇਹ ਖਿਆਲ ਆ ਗਿਆ ਕੁਝ ਲੋਕਾਂ ਦੇ ਵੀ ਮਨ ਨੂੰ ਤ੍ਰਿਪਤ ਕਰਾਓ। ਅੱਜ ਵੀ ਧਰਮ ਦੀ ਦੁਨੀਆ ਵਿੱਚ ਕੋਈ ਮਹਤ ਐਸੇ ਨੇ ਜਿਹੜੇ ਕਹਿੰਦੇ ਖੁੱਲੀ ਛੁੱਟੀ ਦੇ ਦਿਓ, ਜਿਹਦਾ ਕਾਮ ਨੂੰ ਜਿੱਦ ਕਰਦਾ ਉਹਨੂੰ ਕਾਮ ਦੀ ਛੁੱਟੀ ਦੇ ਦਿਓ, ਜਿਹੜਾ ਫਲਾਣਾ ਕੰਮ ਕਰਨ ਨੂੰ ਦਿਲ ਕਰਦਾ ਉਹਨੂੰ, ਜਦ ਤੱਕ ਮਨ ਤ੍ਰਿਪਤ ਨਹੀਂ ਹੁੰਦਾ ਜੁੜੇਗਾ ਕਿਵੇਂ? ਭਲੇ ਉਹ ਮਨ ਤ੍ਰਿਪਤ ਹੁੰਦਾ ਕਿਤੇ? ਉਹਨਾਂ ਨੂੰ ਪੁੱਛੋ ਤੁਹਾਡਾ ਮਨ ਤ੍ਰਿਪਤ ਹੋ ਗਿਆ? ਐਸੇ ਮਤ ਨੇ, ਐਸੇ ਮਤ ਚੱਲਦੇ ਨੇ ਜਿਹੜੇ ਕਹਿੰਦੇ ਨੇ ਨਹੀਂ, ਇਹਨਾਂ ਨੂੰ ਖੁੱਲੀ ਇਜਾਜ਼ਤ ਦੇ ਦਿਓ। ਦੁਨੀਆ ਦੇ ਵਿੱਚ ਲੁੱਟ ਖਸੁੱਟ ਕਰਕੇ ਬੰਦਾ ਇਕੱਠੇ ਕਰ ਲਵੇ, ਕੀ ਸੱਚਮੁੱਚ ਉਹਦੀ ਮਨ ਭੁੱਖ ਉਤਰ ਜਾਏਗੀ ਪਦਾਰਥਾਂ ਦੀ? ਨਹੀਂ ਉਤਰ ਸਕਦੀ। ਇਸੇ ਵਿੱਚੋਂ ਹੀ ਵਾਮ ਮਾਰਗ, ਚਾਰ ਵਾਕ, ਹੋਰ ਕਈ ਮਤ ਜਿਹੜੇ ਸੀ ਉਹ ਨਿਕਲ ਗਏ ਇਹਨਾਂ ਮਤਾਂ ਦੇ ਵਿੱਚੋਂ ਹੀ। ਸਤਿਗੁਰੂ ਜੀ ਨੇ ਜਿਹੜੀ ਵਿਚਾਰ ਸਾਨੂੰ ਦ੍ਰਿੜ ਕਰਾਈ, ਜਿਹੜੇ ਵਿਚਾਰ ਸਾਨੂੰ ਦਿੱਤੇ, ਬਈ ਦੇਖੋ ਮਾਨਸਿਕ ਤੇ ਸਰੀਰਕ ਰਸਾਂ ਕਸਾਂ ਦੀ ਭੁੱਖ ਦੂਰ ਕਰਨ ਲਈ ਇਹ ਦ੍ਰਿਸ਼ਟਮਾਨ ਦੀਆਂ ਪੁਰੀਆਂ ਦੇ ਸਾਰੇ ਪਦਾਰਥ ਜਿਹੜੇ ਨੇ ਇਹ ਬੰਨ ਲੈ ਜਾਣ। ਖੰਡਾਂ ਬ੍ਰਹਮੰਡਾਂ ਵਿੱਚ ਮਨੁੱਖ ਰਾਜਾ ਬਣਨ ਦਾ ਅਧਿਕਾਰ ਇਹਨੂੰ ਮਿਲ ਜਾਏ, ਖੰਡਾਂ ਬ੍ਰਹਮੰਡਾਂ ਦਾ ਰਾਜ ਇਹਦੇ ਕੋਲ ਆ ਜਾਏ, ਤਾਂ ਫਿਰ ਵੀ ਇਹਦੇ ਭੁੱਖ ਦੂਰ ਨਹੀਂ ਹੋ ਸਕਦੀ। ਬੰਨਾ ਪੁਰੀਆਂ, ਸਾਰੀ ਸ੍ਰਿਸ਼ਟੀ, ਖੰਡਾਂ ਬ੍ਰਹਮੰਡਾਂ ਦੀ ਗੱਲ ਗੁਰੂ ਸਾਹਿਬ ਜੀ ਨੇ ਕੀਤੀ। ਸਗੋਂ ਇਹ ਭੁੱਖ ਦੇ, ਇਹ ਤ੍ਰਿਸ਼ਨਾ ਦੇ ਭਾਂਬੜ ਹੋਰ ਮਚਦੇ ਜਾਂਦੇ ਹਨ। ਮਨ ਨੂੰ ਧਨ, ਇਸਤਰੀ, ਪੁੱਤਰ, ਇੱਜ਼ਤ, ਅਨੇਕਾਂ ਪ੍ਰਕਾਰ ਦੀ ਭੁੱਖ ਹਮੇਸ਼ਾ ਹੀ ਲੱਗੀ ਰਹਿੰਦੀ ਹੈ ਤੇ ਹਰ ਵੇਲੇ ਦਮ ਬਦਮ, ਪਲ ਪਲ ਤੇ ਇਹ ਪਦਾਰਥ ਮੰਗਦਾ ਹੀ ਰਹਿੰਦਾ ਹੈ। ਇਹਦੀ ਭੁੱਖ ਕਦੀ ਮੁੱਕਦੀ ਨਹੀਂ, ਭਾਵੇਂ ਤਿੰਨਾਂ ਲੋਕਾਂ ਦਾ ਰਾਜਾ ਬਣ ਜਾਏ, ਪਰ ਕਦੀ ਤ੍ਰਿਪਤ ਵੀ ਨਹੀਂ ਹੋ ਸਕਦਾ। ਨਾ ਹੀ ਇਹਦੀ ਕਦੀ ਤ੍ਰਿਪਤੀ ਹੋਣੀ ਹੈ ਦੁਨੀਆ ਦੇ ਪਦਾਰਥਾਂ ਦੇ ਨਾਲ। ਸਾਡਾ ਜਿਹੜੀ ਗੱਲ ਸਾਨੂੰ ਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਦੱਸੀ ਵੀ ਮਨ ਦੀਆਂ ਭੁੱਖਾਂ, ਜਿਹੜੀ ਜੁਗਤੀ ਸਤਿਗੁਰੂ ਜੀ ਨੇ ਦੱਸੀ ਹੈ, ਉਹ ਬੜੀ ਕਮਾਲ ਦੀ ਹੈ। ਮਾਝ ਰਾਗ ਵਿੱਚ ਬਚਨ ਆਉਂਦਾ ਹੈ, ਕਹਿੰਦਾ ਸਤਿਗੁਰੂ ਜੀ ਕਹਿੰਦੇ ਆਖਣ ਆਖ ਨਾ ਰੱਜਿਆ, ਸੁਣਨ ਨਾ ਰੱਜੇ ਕੰਨ। ਦੇਖੋ ਕਿਆ ਖੂਬ ਬੋਲ ਗੁਰੂ ਪਾਤਸ਼ਾਹ ਸਾਨੂੰ ਦੱਸਦੇ ਨੇ। ਕਹਿੰਦੇ ਨੇ ਆਖਣ ਆਖ ਨਾ ਰੱਜਿਆ, ਸੁਣਨ ਨਾ ਰੱਜੇ ਕੰਨ। ਗੁਰੂ ਅੰਗਦ ਦੇਵ ਮਹਾਰਾਜ ਦਾ ਬਚਨ ਹੈ। ਅੱਖੀਂ ਦੇਖ ਨਾ ਰੱਜੀਆਂ, ਗੁਣ ਗਾਹਕ ਇੱਕ ਵੰਨ, ਭੁੱਖਿਆਂ ਭੁੱਖ ਨਾ ਉਤਰੈ, ਗੱਲੀ ਭੁੱਖ ਨਾ ਜਾਏ। ਨਾਨਕ, ਹੁਣ ਇਹ ਗੱਲ ਸੀ, ਗੱਲਾਂ ਦੇ ਨਾਲ ਥੋੜੀ ਸੀ ਵੀ ਇਹ ਜਿਹੜੀ ਭੁੱਖਿਆ ਤ੍ਰਿਪਤੀ ਹੋ ਜਾਏਗੀ। ਨਾਨਕ ਭੁੱਖਾ ਤਾਂ ਰੱਜੈ, ਜਾਂ ਗੁਣ ਕਹਿ ਗੁਣੀ ਸਮਾਏ। ਤਾਂ ਰੱਜਦਾ ਜੇ ਗੁਣ ਕਹਿ ਗੁਣੀ ਸਮਾਏ। ਵਾਹ, ਉਹਦੇ ਗੁਣ ਕਹਿ ਕਹਿ ਕੇ ਗੁਣਾਂ ਦੇ ਮਾਲਕ ਵਿੱਚ ਲੀਨ ਹੋ ਜਾਏ, ਫਿਰ ਭੁੱਖ ਉਤਰਦੀ ਹੈ। ਬਾਕੀ ਸਭ ਕੂੜ ਹੈ, ਬਿਨ ਸੱਚੇ ਸਭ ਕੂੜ, ਕੂੜ ਕਮਾਈ ਹੈ। ਬਿਨ ਸੱਚੇ ਕੂੜਿਆਰ ਬਨ ਚਲਾਈ ਹੈ, ਬਿਨ ਸੱਚੇ ਤਨ ਸ਼ਾਰ ਸ਼ਾਰ ਚਲਾਈ ਹੈ, ਬਿਨ ਸੱਚੇ ਸਭ ਭੁੱਖ ਜੇ ਪੈਜੇ ਖਾਈਏ।
ਵੀ ਬਿਨ ਸੱਚੇ ਤੋਂ ਬਿਨਾ ਸਾਰਾ ਕੁਝ ਤਾਂ ਭੁੱਖਾ ਹੀ ਦੀ ਗੱਲ ਕੀਤੀ ਹੈ। ਮਾਚ ਕੀ ਵਾਰ ਦਾ ਬਚਨ ਹੈ ਵੀ ਇਹ ਕਿਤੇ ਭੁੱਖ ਦੂਰ ਹੋਣੀ ਹੈ, ਭਾਵੇਂ ਜਿੰਨਾ ਮਰਜ਼ੀ ਪਾ ਲਓ, ਜਿੰਨਾ ਮਰਜ਼ੀ ਖਾ ਲਓ, ਤੇ ਸੱਚੇ ਦੇ ਦਰਬਾਰ ਵਿੱਚ ਸੱਚ ਤੋਂ ਬਿਨਾ ਇੱਜ਼ਤ ਵੀ ਨਹੀਂ ਪੈਣੀ। ਖਿਆਲ ਕਰਨਾ, ਕੂੜ ਦੀ ਕੰਧ ਨਹੀਂ ਟੁੱਟਣੀ, ਇਹਨਾਂ ਚੀਜ਼ਾਂ ਦੇ ਨਾਲ ਕੂੜ ਦੀ ਕੰਧ ਨਹੀਂ ਟੁੱਟਣੀ। ਬਿਨ ਸੱਚੇ ਸਭ ਭੁੱਖ ਜੇ ਪਹਿਜੇ ਖਾਈਐ, ਬਿਨ ਸੱਚੇ ਦਰਬਾਰ ਕੂੜ ਨਾ ਪਾਈਐ, ਬਿਨ ਸੱਚੇ ਦਰਬਾਰ ਕੂੜ ਨਾ ਪਾਈਐ। ਇੱਕ ਕੁੜਿਆਰ ਕਿਤੇ ਉੱਥੇ ਜਗ੍ਹਾ ਮਿਲਦੀ ਨਹੀਂ ਦਰਬਾਰ ਵਿੱਚ। ਝੂਠੇ ਲਾਲਚ ਲੱਗ ਮਹਿਲ ਖੁਆਈਐ, ਸਭ ਜਗ ਠੱਗਿਓ ਠੱਗ ਆਈਏ ਜਾਈਏ, ਤਨ ਮੈਂ ਤ੍ਰਿਸ਼ਨਾ ਅੱਗ ਸ਼ਬਦ ਬੁਝਾਈਏ। ਲੋ ਕਿਆ ਨਿਰਣਾ ਗੁਰੂ ਪਾਤਸ਼ਾਹ ਨੇ ਸਾਡੇ ਅੱਗੇ ਕਰ ਦਿੱਤਾ। ਆ ਬਲਦੀ ਹੋਈ ਅੱਗ ਕਦ ਨਾਲ ਬੁਝਣੀ ਹੈ? ਸ਼ਬਦ ਰਾਹੀਂ, ਸ਼ਬਦ ਨਾਲ। ਤਨ ਮੈਂ ਤ੍ਰਿਸ਼ਨਾ ਅੱਗ ਸ਼ਬਦ ਬੁਝਾਈ ਹੈ, ਵੀ ਸ਼ਬਦ ਦੇ ਨਾਲ ਇਹ ਅੱਗ ਬੁਝਣੀ ਹੈ। ਦੁਨੀਆ ਦੇ ਪਦਾਰਥਾਂ ਦੇ ਨਾਲ ਇਹ ਅੱਗ ਨਹੀਂ ਬੁਝ ਸਕਦੀ। ਤਾਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਮਨੁੱਖ ਜਿੱਥੇ ਮਰਜ਼ੀ ਤੁਰਦਾ ਫਿਰੇ, ਆਂਦਨ ਫਿਰਦਾ ਸਦਾ ਰਹੇ, ਭੁੱਖ ਨਾ ਕਦੇ ਜਾਏ। ਆਂਦਨ ਫਿਰਦਾ ਸਦਾ ਰਹੇ, ਭੁੱਖ ਨਾ ਕਦੇ ਜਾਏ, ਸ਼ਾਂਤ ਨਾ ਕਦੇ ਆਵਈ, ਨੈ ਸੁਖ ਵਸੇ ਮਨ ਆਏ। ਸਦਾ ਚਿੰਤ ਚਿਤਵਦਾ ਰਹੇ, ਸਹਿਸਾ ਕਦੇ ਨਾ ਜਾਏ। ਨਾਨਕ ਬਿਨ ਸਤਿਗੁਰ ਮਤ ਭਵੀ, ਸਤਿਗੁਰੂ ਨੂੰ ਮਿਲੇ ਤਾਂ ਸ਼ਬਦ ਕਮਾਏ। ਇਹ ਕਹਾਣੀ ਹੈ ਸਾਰੀ। ਇਹ ਭੁੱਖ ਉਤਰਨ ਦਾ ਢੰਗ ਹੈ। ਇਹ ਹੈ ਭੁੱਖ ਜੱਥਣ ਦਾ ਢੰਗ। ਤਾਂ ਸੱਚੇ ਨਾਮ ਤੋਂ ਬਿਨਾ ਭੁੱਖ ਨਹੀਂ ਜੇ ਦੂਰ ਹੋਣੀ। ਨਾਨਕ ਸੱਚੇ ਨਾਮ ਬਿਨ ਕਿਸੇ ਨਾ ਲੱਥੀ ਭੁੱਖ, ਇਹ ਨਹੀਂ ਲੱਥਣੀ। ਇਹ ਭੁੱਖ ਦੂਰ ਨਹੀਂ ਹੋਣੀ। ਦੁਨੀਆ ਦੇ ਪਦਾਰਥਾਂ ਦੀ ਭੁੱਖ ਇਹਨਾਂ ਵਾਹਿਗੁਰੂ ਦੀ ਯਾਦ ਤੋਂ ਬਿਨਾ ਦੂਰ ਨਹੀਂ ਜੇ ਹੋਣੀ। ਹੁਣ ਅਗਲੀ ਗੱਲ ਸੀ, ਸਹਿਸ ਸਿਆਣਪਾਂ ਲੱਖ ਹੋਏ, ਤਾਂ ਇੱਕ ਨਾ ਚੱਲੈ ਨਾਲ। ਭਲਿਆ ਹੁਣ ਤੂੰ ਗੱਲ ਸਿਆਣਪਾਂ ਦੀ ਆ ਗਈ। ਗੁਰੂ ਪਾਤਸ਼ਾਹ ਜੀ ਨੇ ਸਿਆਣਪਾਂ ਦੀ ਗੱਲ ਕਰ ਦਿੱਤੀ। ਕਹਿੰਦੇ ਨੇ ਵੀ ਜੇ ਹਜ਼ਾਰਾਂ ਹੀ ਸਿਆਣਪਾਂ ਤੇਰੀ ਚਤੁਰਾਈਆਂ ਤੇਰੇ ਕੋਲ ਹੋਣ, ਉਹਨਾਂ ਵਿੱਚੋਂ ਇੱਕ ਵੀ ਚਤੁਰਾਈ ਤੇਰੇ ਨਾਲ ਨਹੀਂ ਜਾਣੀ। ਜਦੋਂ ਸੋਚ ਕੇ ਬੰਦਾ ਪਵਿੱਤਰਤਾ ਕਰ ਕਰਕੇ, ਸੁਭ ਸਾਧਨਾ ਕਰ ਕਰਕੇ, ਨਹਾ ਧੋ ਕੇ, ਭੁੱਖੇ ਰਹਿ ਕੇ, ਸਾਰੇ ਹਾਰ ਦੁਨੀਆ ਦੇ ਪਦਾਰਥ ਇਕੱਠੇ ਕਰਕੇ ਜਦੋਂ ਮੁਲਕ ਹਾਰ ਗਿਆ, ਫਿਰ ਇਹਨੇ ਸੋਚਿਆ ਵੀ ਮੈਂ ਸ਼ਾਇਦ ਚਲਾਕੀਆਂ ਦੇ ਨਾਲ ਰੱਬ ਨੂੰ ਪਾ ਲਾਂਗਾ। ਇਹਨੇ ਫਿਰ ਚਲਾਕੀਆਂ ਨੂੰ ਹਜ਼ਾਰਾਂ ਜਨਮ ਦੇ ਦਿੱਤਾ, ਲੱਖਾਂ ਨੂੰ ਜਨਮ ਦੇ ਦਿੱਤਾ। ਇਹ ਗਿਆਨ ਕਿਤਾਬੀ ਗਿਆਨ ਮੰਡਲ ਦੀ ਖੇਡ ਜਿਹੜੀ, ਇਹ ਧਰਮ ਦੀ ਦੁਨੀਆ ਤੇ ਲਾਗੂ ਨਹੀਂ ਹੁੰਦੀ। ਇਹਨਾਂ ਸਿਆਣਪਾਂ ਨਾਲ ਸੰਸਾਰ ਵਿੱਚ ਤਾਂ ਕੰਮ ਸਵਾਰ ਸਕਦਾ, ਨਿਰੰਕਾਰ ਦੇ ਘਰ ਦਾ ਕੰਮ ਨਹੀਂ ਸਵਾਰ ਸਕਦਾ। ਇਹਨਾਂ ਨਾਲ ਸੰਸਾਰਿਕ ਕੰਮ ਤਾਂ ਸਵਾਰ ਸਕਦਾ ਹੈ, ਸਿਆਣਪਾਂ ਨੂੰ ਲੋਕਾਂ ਨੂੰ ਧੋਖਾ ਦੇ ਸਕਦਾ ਹੈ, ਪਰ ਰੱਬ ਕੋਈ ਨਿਆਣਾ ਬੱਚਾ ਜਿਹਨੂੰ ਅਸੀਂ ਧੋਖਾ ਦੇ ਲਾਂਗੇ? ਇਹ ਚਤੁਰਾਈਆਂ ਸਿਆਣਪਾਂ ਕਿਸੇ ਕੰਮ ਨਹੀਂ ਜੇ ਆਉਂਦੀਆਂ, ਕਿਉਂਕਿ ਚਤੁਰਾਈ ਸਿਆਣਪਾਂ ਕਿਤੇ ਕੰਮ ਨਾ ਆਈ ਹੈ, ਇਹ ਦੀ ਕੰਮ ਆਉਣੀ ਹੈ। ਸਹਿਜ ਸਿਆਣਪਾਂ ਲੱਖ ਕੰਮ ਨਾ ਆਵਹੀ, ਭਾਈ ਗੁਰਦਾਸ ਜੀ ਦਾ ਬੋਲ ਹੈ ਵੀ ਲੱਖਾਂ ਵੀ ਸਿਆਣਪਾਂ ਸਾਡੇ ਕੋਲ ਹੋਣ, ਇਹ ਕਿਸੇ ਕੰਮ ਨਹੀਂ ਆਉਂਦੀਆਂ। ਇਹਨਾਂ ਚਤੁਰਾਈਆਂ ਨਾਲ ਮਨ ਦਾ ਟਿਕਾਓ ਨਹੀਂ ਹੁੰਦਾ, ਸਗੋਂ ਮਨ ਦੀ ਸਥਿਰਤਾ ਵਿੱਚ, ਟਿਕਾਓ ਵਿੱਚ ਹੋਰ ਵਿਗੜ ਪਾਉਂਦੀਆਂ ਹਨ। ਸਿੱਧੀ ਜੀ ਗੱਲ ਹੈ ਕਿ ਚਲਾਕੀਆਂ ਨਾਲ ਮਨ ਵਧੇਰੇ ਜਿਹੜਾ ਹੈ ਉਹ ਚਲਾਕ ਹੋ ਜਾਂਦਾ, ਵਾ ਹੋਰ ਚਲਾਕ ਹੋ ਜਾਂਦਾ, ਬਾਂਦਰ ਵਾਂਗੂ ਨੱਚਦਾ। ਜਿਵੇਂ ਬਾਂਦਰ ਨੱਚਦਾ ਨਾ, ਬਾਂਦਰ ਬੜਾ ਚਲਾਕ ਹੈ। ਗੁਰੂ ਸਾਹਿਬ ਜੀ ਕਹਿੰਦੇ ਨੇ ਵੀ ਭਾਈ ਸਤ ਸੰਗਤ ਤੋਂ ਬਿਨਾ ਇਸ ਮਨ ਦੀ ਨਾ ਤ੍ਰਿਪਤੀ ਕਿਸੇ ਦੀ ਹੋਈ ਹੈ ਤੇ ਨਾ ਹੀ ਕਿਸੇ ਦੀ ਤ੍ਰਿਪਤੀ ਹੋਣੀ ਹੈ। ਸਤਿਗੁਰੂ ਦਾ ਇੱਕ ਬਚਨ ਸ਼੍ਰੀ ਰਾਗ ਵਿੱਚ ਆਉਂਦਾ ਹੈ,
ਕਹਿੰਦੇ ਲੱਖ ਸਿਆਣਪ ਜੇ ਕਰੀ, ਲਖਿਓਂ ਪ੍ਰੀਤ ਮਿਲਾਪ, ਬਿਨ ਸੰਗਤ ਸਾਧ ਨਾ ਧਰਾਪੀਆ, ਬਿਨ ਨਾਵੇਂ ਦੁਖ ਸੰਤਾਪ, ਹਰ ਜਪ ਜੀਰੇ ਛੁਟੀਏ, ਗੁਰਮੁਖ ਚੀਨੇ ਆਪ। ਇਹ ਹੈ ਢੰਗ ਛੁੱਟਣ ਦਾ, ਵੀ ਜਿਹੜੀ ਲੱਖ ਸਿਆਣਪਾ ਵੀ ਹੋਈ, ਲੱਖਾਂ ਨਾਲ ਮਿਲਾਪ ਕਰ ਲਿਆ, ਦੁਨੀਆ ਵਿੱਚ ਵੱਡਿਆਂ ਨਾਲ ਮੇਰੀ ਪ੍ਰਾਈਮ ਮਿਨਿਸਟਰ ਤੱਕ ਪਹੁੰਚ ਹੈ, ਕਰ ਲੈ, ਕੀ ਹੋ ਜਾਏਗਾ? ਬੰਦਾ ਬੜਾ ਖੁਸ਼ ਹੁੰਦਾ ਨਾ, ਬੜੀ ਚਲਾਕੀਆਂ ਦਿਖਾਉਂਦਾ, ਮੈਂ ਕਿਸੇ ਨੂੰ ਕੀ ਜਾਣਦਾ। ਪਰ ਸਤਿਗੁਰੂ ਜੀ ਕਹਿੰਦੇ ਨਹੀਂ। ਤੇ ਜਿਹੜੀ ਗੱਲ ਸਾਨੂੰ ਗੁਰੂ ਸਾਹਿਬ ਜੀ ਨੇ ਸਮਝਾਈ ਹੈ, ਉਹ ਭਾਈ ਗੁਰਦਾਸ ਜੀ ਨੇ ਆਪਣੀ ਵਾਰਾਂ ਵਿੱਚ ਵੀ ਉਹਦਾ ਗੱਲ ਦਿੱਤਾ। ਕਹਿੰਦੇ ਮੈਂ ਹੋਂ ਤਿਸ ਵਿਟੋਂ ਵਾਰਿਆ, ਹੁੰਦੇ ਤਾਣ ਜੋ ਹੋਏ ਨਿਤਾਣਾ, ਹੋਂ ਤਿਸ ਵਿਟੋਂ ਵਾਰਿਆ, ਹੁੰਦੇ ਮਾਨ ਜੋ ਹੋਏ ਨਿਮਾਣਾ, ਹੋਂ ਤਿਸ ਵਿਟੋਂ ਵਾਰਿਆ, ਛੱਡ ਸਿਆਣਪਾ ਹੋਏ ਇਆਣਾ। ਦੇਖੋ 12ਵੀਂ ਵਾਰ ਦੀ ਤੀਜੀ ਪੌੜੀ ਹੈ। ਹੋਂ ਤਿਸ ਵਿਟੋਂ ਵਾਰਿਆ, ਛੱਡ ਸਿਆਣਪ ਹੋਏ ਇਆਣਾ, ਹੋਂ ਤਿਸ ਵਿਟੋਂ ਵਾਰਿਆ, ਖਸਮੇ ਦਾ ਭਾਵੇ ਜਿਸ ਪਾਣਾ। ਤੇ ਮੈਂ ਉਹ ਤੋਂ ਸਦਕਿਆ ਜਿਹਨੂੰ ਗੁਰੂ ਦਾ ਹੁਕਮ ਚੰਗਾ ਲੱਗਦਾ ਹੈ। ਤਾਂ ਅਸਲੀ ਮਤ, ਅਸਲੀ ਬੁੱਧੀ ਕਿਹੜੀ ਹੈ? ਸਾਈ ਮਤ ਸਾਈ ਬੁੱਧ ਸਿਆਣਪ, ਜਿਤ ਨਿਮਖ ਨਾ ਪ੍ਰਭ ਵਿਸਰਾਵੇ। ਭਾਈ ਇਹ ਸਿਆਣਪ ਨਹੀਂ, ਉਹ ਚਲਾਕੀ ਜਿਹੜੀ ਨਾਲ ਗੁਰੂ ਸੜ ਤੋਂ ਨਾ ਵਿਸਰੇ, ਉਹ ਚਲਾਕੀ ਅੰਦਰ ਧਾਰਨ ਕਰ, ਉਹ ਸਿਆਣਪ ਧਾਰਨ ਕਰ, ਉਹੀ ਸਿਆਣਪ ਹੈ। ਇਹ ਦੁਨੀਆ ਦੀਆਂ ਸਿਆਣਪਾਂ ਚਤੁਰਾਈ ਨਾ ਚਤੁਰਭੁਜ ਪਾਈਏ, ਇਹ ਗੱਲ ਇਉਂ ਨਹੀਂ ਚੱਲਣੀ। ਗੁਰੂ ਕਿਰਪਾ ਕਰੇ ਸਾਨੂੰ ਵੀ ਸੋਝੀ ਆ ਜਾਏ। ਬਾਕੀ ਸ਼ਬਦ ਦੀ ਪੌੜੀ ਦੀ ਵਿਚਾਰ ਅਸੀਂ ਕੱਲ੍ਹ ਕਰਾਂਗੇ, ਕਿਉਂਕਿ ਕਿਵੇਂ ਸਚਾਰਾ ਹੋਈਏ ਦਾ ਵਿਸ਼ਾ ਲੰਬਾ ਹੈ, ਉਹਨੂੰ ਸਮਾਂ ਵੀ ਲੱਗੇਗਾ। ਉਹ ਵਿਚਾਰ ਅਸੀਂ ਕੱਲ੍ਹ ਕਰਾਂਗੇ ਜੀ। ਅੱਜ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਟਾਈਮ ਵੱਧ ਲੱਗ ਗਿਆ ਕਿਉਂਕਿ ਮੈਂ ਲੜੀ ਛੱਡਣਾ ਨਹੀਂ ਸੀ ਚਾਹੁੰਦਾ। ਆਪ ਜੀ ਤੋਂ ਖਿਮਾ ਚਾਹੁੰਦਾ ਹਾਂ। ਕੱਲ੍ਹ ਜ਼ਰੂਰ ਖਿਆਲ ਰੱਖਾਂਗੇ। ਪਿਆਰ ਸਹਿਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।